ਰਪਨਜ਼ਲ। ਇੱਕ ਵਾਰ ਦੂਰ ਦੇਸ਼ ਵਿੱਚ ਇੱਕ ਬਹੁਤ ਪਿਆਰਾ ਜੋੜਾ ਰਹਿੰਦਾ ਸੀ। ਇੱਕ ਦਿਨ ਜਨਾਨੀ ਨੇ ਆਪਣੇ ਆਦਮੀ ਨੂੰ ਖੁਸ਼ਖਬਰੀ ਦਿੱਤੀ ਕਿ ਉਹ ਗਰਭਵਤੀ ਹੈ। ਉਸ ਦਾ ਆਦਮੀ ਇਹ ਖਬਰ ਸੁਣ ਕੇ ਬਹੁਤ ਖੁਸ਼ ਸੀ। ਉਸਨੇ ਕਿਹਾ ਕਿ ਉਹ ਉਹਦੇ ਲਈ ਕੁਝ ਵੀ ਕਰੇਗਾ। ਅਤੇ ਇੱਕ ਦਿਨ ਜਨਾਨੀ ਨੇ ਆਪਣੇ ਆਦਮੀ ਨੂੰ ਕਿਹਾ ਕਿ ਉਸ ਦਾ ਲੈਟਸ ਦਾ ਕੁਰਕੁਰਾ ਸਲਾਦ ਖਾਣ ਦੀ ਬਹੁਤ ਹੀ ਇੱਛਾ ਹੋ ਰਹੀ ਹੈ। ਜਦ ਤੱਕ ਮੈਂ ਆਪਣੇ ਪੜੋਸੀ ਦੇ ਬਗੀਚੇ ਵਿੱਚੋਂ ਕੁਝ ਸਵਾਦੀ ਸਲਾਦ ਨਹੀਂ ਖਾ ਲਾਂਗੀ, ਉਦੋਂ ਤੱਕ ਮੈਨੂੰ ਚੈਨ ਨਹੀਂ ਮਿਲੇਗਾ। ਇਸ ਲਈ ਉਸ ਦਾ ਪਤੀ ਆਪਣੀ ਜਨਾਨੀ ਦੀ ਇੱਛਾ ਨੂੰ ਪੂਰਾ ਕਰਨ ਲਈ ਪੜੋਸੀ ਦੀ ਬਗੀਚੇ ਵਿੱਚ ਚਲਾ ਗਿਆ। ਪਰ ਵਿਚਾਰਾ ਆਦਮੀ ਇਹ ਨਹੀਂ ਜਾਣਦਾ ਸੀ ਕਿ ਉਹਨਾਂ ਦਾ ਪੜੋਸੀ ਕੈਮਿਲਾ ਨਾਂ ਦੀ ਇੱਕ ਬਹੁਤ ਹੀ ਖਤਰਨਾਕ ਚੁੜੈਲ ਹੈ। ਕੋਈ ਨਹੀਂ ਜਾਣਦਾ ਸੀ, ਪਰ ਚੁੜੈਲ 150 ਸਾਲ ਦੀ ਉਮਰ ਦੀ ਸੀ। ਜਵਾਨ ਦਿਸਣ ਦੇ ਲਈ ਕੈਮਿਲਾ ਸਿਰਫ ਸੁਨਹਿਰੀ ਚੀਜ਼ਾਂ ਨੂੰ ਹੱਥ ਲਾਉਂਦੀ ਸੀ। ਇਸ ਲਈ ਉਸਨੇ ਆਪਣੇ ਘਰ ਵਿੱਚ ਸਭ ਕੁਝ ਸੋਨੇ ਨਾਲ ਢੱਕ ਦਿੱਤਾ ਸੀ। ਉਸਨੇ ਪਲੇਟਾਂ, ਚਮਚ, ਕਾਂਟੇ, ਬੋਤਲਾਂ, ਲੈਂਪ ਸਭ ਨੂੰ ਢੱਕ ਦਿੱਤਾ। ਇੱਥੋਂ ਤੱਕ ਕਿ ਉਹ ਕੁਰਸੀ ਵੀ ਜਿਸ ਤੇ ਉਹ ਬੈਠਦੀ ਸੀ, ਹਰ ਚੀਜ਼ ਨੂੰ ਸੋਨੇ ਨਾਲ ਮੜਿਆ ਗਿਆ ਸੀ। ਅਤੇ ਉਸ ਸ਼ਾਮ ਕਿਸੇ ਨੇ ਉਹਦਾ ਬੂਹਾ ਖੜਕਾਇਆ। ਇਹ ਉਹੀ ਪੜੋਸੀ ਸੀ ਜੋ ਆਪਣੀ ਗਰਭਵਤੀ ਪਤਨੀ ਦੇ ਲਈ ਕੁਝ ਲੈਟਸ ਮੰਗਣ ਆਇਆ ਸੀ। ਕੈਮਿਲਾ ਨੇ ਕਿਹਾ ਕਿ ਉਹ ਬਗੀਚੇ ਤੋਂ ਜਿੰਨਾ ਚਾਹੇ ਲੈ ਸਕਦਾ ਹੈ, ਪਰ ਇੱਕ ਸ਼ਰਤ ਦੇ ਤਹਿਤ। ਜੇ ਤੁਹਾਡੇ ਬੱਚੇ ਦੇ ਵਾਲ ਸੁਨਹਿਰੇ ਹੋਏ ਤਾਂ ਮੈਂ ਇਸ ਨੂੰ ਲਵਾਂਗੀ। ਆਦਮੀ ਨੂੰ ਪਤਾ ਨਹੀਂ ਸੀ ਕਿ ਉਹ ਕੀ ਕਰੇ, ਪਰ ਉਹ ਮੂਰਖਤਾ ਨਾਲ ਸਹਿਮਤ ਹੋ ਗਿਆ ਅਤੇ ਪ੍ਰਾਰਥਨਾ ਕੀਤੀ ਕਿ ਉਹਨਾਂ ਦੇ ਬੱਚੇ ਦੇ ਵਾਲ ਸੁਨਹਿਰੇ ਨਾ ਹੋਣ। ਪਰ ਕੁਝ ਦਿਨਾਂ ਬਾਅਦ ਉਸਦੀ ਘਰਵਾਲੀ ਨੇ ਇੱਕ ਸੋਹਣੀ ਬੱਚੀ ਨੂੰ ਜਨਮ ਦਿੱਤਾ, ਸੁਨਹਿਰੇ ਰੇਸ਼ਮੀ ਵਾਲਾਂ ਦੇ ਨਾਲ। ਉਹਨਾਂ ਨੇ ਉਸ ਦਾ ਨਾਂ ਰਪਨਜ਼ਲ ਰੱਖਿਆ। ਪਤਾ ਨਹੀਂ ਕੈਮਿਲਾ ਕਿਵੇਂ ਜਾਣਦੀ ਸੀ ਕਿ ਬੱਚੇ ਦਾ ਜਨਮ ਸੁਨਹਿਰੇ ਵਾਲਾਂ ਦੇ ਨਾਲ ਹੋਵੇਗਾ। ਇਸੇ ਲਈ ਉਹ ਮਾਪਿਆਂ ਤੋਂ ਬੱਚੇ ਨੂੰ ਲੈ ਕੇ ਆਪਣੇ ਘਰ ਆ ਗਈ। ਚੁੜੈਲ ਨੇ ਰਪਨਜ਼ਲ ਦੀ ਬਹੁਤ ਚੰਗੀ ਤਰ੍ਹਾਂ ਦੇਖਭਾਲ ਕੀਤੀ। ਉਹ ਉਸ ਦੇ ਸੁਨਹਿਰੇ ਵਾਲਾਂ ਵਿੱਚ ਕੰਘੀ ਕਰਦੀ, ਜਿਹੜੇ ਹਰ ਦਿਨ ਥੋੜੇ ਹੋਰ ਲੰਬੇ ਹੋ ਜਾਂਦੇ ਸੀ। ਕੈਮਿਲਾ ਕਦੇ ਨਹੀਂ ਚਾਹੁੰਦੀ ਸੀ ਕਿ ਉਸ ਦੇ ਵਾਲ ਕਟੇ ਹੋਣ, ਕਿਉਂਕਿ ਉਹ ਵਾਲਾਂ ਦੀ ਲੰਮੀ ਲਟਾ ਲੈਂਦੀ, ਇਸ ਨੂੰ ਜਾਦੂ ਵਾਲੇ ਕਾੜੇ ਵਿੱਚ ਪਕਾਉਂਦੀ ਅਤੇ ਇਸ ਨੂੰ ਸੋਨੇ ਵਿੱਚ ਬਦਲ ਦਿੰਦੀ। ਮੇਰਾ ਜਾਦੂ ਉਸ ਦੇ ਲੰਮੇ ਸੁਨਹਿਰੇ ਵਾਲਾਂ ਨੂੰ ਸੋਨੇ ਵਿੱਚ ਬਦਲ ਦਿੰਦਾ ਹੈ। ਮੈਂ ਜੀਵਨ ਦੇ ਲਈ ਤਿਆਰ ਹਾਂ। ਡੂੰਘੇ ਜੰਗਲ ਵਿੱਚ ਕੈਮਿਲਾ ਨੇ ਇੱਕ ਵੱਡਾ ਲੰਮਾ ਟਾਵਰ ਬਣਾਉਣ ਦੇ ਲਈ ਆਪਣੇ ਜਾਦੂ ਦਾ ਇਸਤੇਮਾਲ ਕੀਤਾ, ਰਪਨਜ਼ਲ ਨੂੰ ਕੈਦ ਕਰਕੇ ਰੱਖਣ ਦੇ ਲਈ, ਤਾਂ ਜੋ ਉਸ ਦੇ ਵਾਲ ਸੁਰੱਖਿਅਤ ਰਹਿਣ। ਟਾਵਰ ਦੇ ਅੰਦਰ ਪੌੜੀਆਂ ਵੀ ਨਹੀਂ ਸੀ। ਇਹ ਸਿਰਫ ਇੱਕ ਛੋਟਾ ਕਮਰਾ ਸੀ, ਬਸ ਇੱਕ ਛੋਟੀ ਜਿਹੀ ਬਾਰੀ ਦੇ ਨਾਲ। ਰਪਨਜ਼ਲ 18 ਸਾਲਾਂ ਤੱਕ ਕੱਲਿਆਂ ਇਸ ਕਮਰੇ ਵਿੱਚ ਵੱਡੀ ਹੋਈ, ਸਿਰਫ ਕੈਮਿਲਾ ਨਾਲ ਮਿਲਦੇ ਹੋਏ। ਜਦੋਂ ਕੈਮਿਲਾ ਸਮੇਂ-ਸਮੇਂ ਤੇ ਉਸ ਨੂੰ ਮਿਲਣ ਆਉਂਦੀ ਤਾਂ ਉਹ ਥੱਲਿਓਂ ਆਵਾਜ਼ ਮਾਰਦੀ, ਰਪਨਜ਼ਲ, 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 ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਰਪਨਜ਼ਲ ਉਸ ਬਾਰੀ ਤੋਂ ਵਾਲ ਥੱਲੇ ਲਟਕਾਉਂਦੀ ਅਤੇ ਕੈਮਿਲਾ ਉਹਨਾਂ ਨੂੰ ਫੜ ਲੈਂਦੀ ਤੇ ਉਹਨਾਂ ਦੇ ਜ਼ਰੀਏ ਟਾਵਰ ਤੇ ਚੜ ਜਾਂਦੀ। ਮਾਂ, ਇਸ ਟਾਵਰ ਵਿੱਚ ਪੌੜੀਆਂ ਕਿਉਂ ਨਹੀਂ ਨੇ? ਮੈਂ ਜ਼ਮੀਨ ਤੇ ਪੈਰ ਕਿਉਂ ਨਹੀਂ ਰੱਖ ਸਕਦੀ ਤੇ ਫੁੱਲਾਂ ਤੇ ਜਾਨਵਰਾਂ ਦੇ ਨਾਲ ਨਹੀਂ ਖੇਡ ਸਕਦੀ? ਕੀ ਮੇਰੀ ਸੋਹਣੀ ਸੁਨਹਿਰੇ ਵਾਲਾਂ ਵਾਲੀ ਬੱਚੀ, ਇਹੀ ਇੱਕ ਤਰੀਕਾ ਹੈ ਜਿਸ ਨਾਲ ਮੈਂ ਤੈਨੂੰ ਦੁਨੀਆ ਦੀ ਬੁਰਾਈਆਂ ਤੋਂ ਬਚਾ ਸਕਦੀ ਹਾਂ, ਕਿਉਂਕਿ ਉੱਥੇ ਬਾਹਰ ਕਈ ਖਤਰਨਾਕ ਜਾਨਵਰ ਨੇ ਅਤੇ ਸਭ ਤਰ੍ਹਾਂ ਦੇ ਸਵਾਰਥੀ ਜੀਵ ਨੇ
ਜੇ ਤੈਨੂੰ ਕੁਝ ਹੋ ਗਿਆ ਤਾਂ ਮੈਂ ਜ਼ਿੰਦਾ ਨਹੀਂ ਬਚਾਂਗੀ। ਇੱਕ ਦਿਨ ਰੌਬ, ਦੇਸ਼ ਦਾ ਸੋਹਣਾ ਰਾਜਕੁਮਾਰ, ਜੋ ਉਸੇ ਦਿਨ ਪੈਦਾ ਹੋਇਆ ਸੀ ਜਦੋਂ ਰਪੰਜ਼ਲ, ਉਹ ਆਪਣੇ ਘੋੜੇ ਨੂੰ ਜੰਗਲ ਵਿੱਚ ਸਵਾਰੀ ਦੇ ਲਈ ਲੈ ਗਿਆ। ਰਾਜਕੁਮਾਰ ਨੇ ਜੰਗਲ ਵਿੱਚ ਗਾਣਾ ਸੁਣਿਆ। ਉਹ ਗੌਰ ਨਾਲ ਸੁਣਨ ਲੱਗਾ। ਇਹ ਆਵਾਜ਼ ਕਿੰਨੀ ਪਿਆਰੀ ਆਵਾਜ਼ ਹੈ। ਉਹ ਰਹੱਸਮਈ ਆਵਾਜ਼ ਦਾ ਪਿੱਛਾ ਕਰਨ ਲੱਗਾ, ਜਦ ਤੱਕ ਕਿ ਉਹ ਆਖਰ ਵਿੱਚ ਟਾਵਰ ਦੇ ਥੱਲੇ ਵਾਲੇ ਹਿੱਸੇ ਵਿੱਚ ਨਹੀਂ ਪਹੁੰਚ ਗਿਆ ਜਿੱਥੇ ਰਪੰਜ਼ਲ ਰਹਿੰਦੀ ਸੀ। ਜਦੋਂ ਉਹ ਟਾਵਰ ਦੀ ਬਾਰੀ ਤੇ ਖੜੀ ਗਾ ਰਹੀ ਸੀ ਤਾਂ ਰਾਜਕੁਮਾਰ ਨੂੰ ਵੇਖਦੇ ਹੀ ਉਸ ਨੂੰ ਉਸ ਨਾਲ ਪਿਆਰ ਹੋ ਗਿਆ। ਉਹ ਟਾਵਰ ਦੇ ਅੰਦਰ ਜਾਣ ਦੇ ਲਈ ਚਾਰੋਂ ਪਾਸੇ ਦਰਵਾਜ਼ਾ ਲੱਭਣ ਲੱਗਾ, ਪਰ ਉਸ ਨੂੰ ਕਿਧਰੇ ਨਹੀਂ ਮਿਲਿਆ। ਉਸੇ ਵੇਲੇ ਕੈਮਿਲਾ ਵੀ ਟਾਵਰ ਤੇ ਪਹੁੰਚੀ। ਇਸ ਲਈ ਰਾਜਕੁਮਾਰ ਝਾੜੀਆਂ ਦੇ ਪਿੱਛੇ ਲੁਕ ਗਿਆ, ਕਿਉਂਕਿ ਉਹ ਦੁਸ਼ਟ ਚੁੜੈਲ ਦੇ ਰੂਪ ਵਿੱਚ ਉਸ ਦੇ ਬਾਰੇ ਜਾਣਦਾ ਸੀ। ਉਹ ਨਹੀਂ, ਉਹ ਕੈਮਿਲਾ ਹੈ, ਦੁਸ਼ਟ ਚੁੜੇਲ। ਉਹ ਇੱਥੇ ਕੀ ਕਰ ਰਹੀ ਹੈ? ਰਪੰਜ਼ਲ, 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 ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਰਪੰਜ਼ਲ ਨੇ ਕੈਮਿਲਾ ਦੇ ਉੱਤੇ ਚੜ੍ਹਨ ਦੇ ਲਈ ਆਪਣੇ ਸੁਨਹਿਰੇ ਵਾਲ ਥੱਲੇ ਸੁੱਟ ਦਿੱਤੇ। ਅਗਲੇ ਦਿਨ ਰਾਜਕੁਮਾਰ ਟਾਵਰ ਤੇ ਫੇਰ ਤੋਂ ਆਇਆ। ਉੱਥੇ ਪਹੁੰਚ ਕੇ ਉਸਨੇ ਚੁੜੈਲ ਦੀ ਆਵਾਜ਼ ਦੀ ਨਕਲ ਕਰਦਿਆਂ ਹੋਇਆਂ ਟਾਵਰ ਤੇ ਆਵਾਜ਼ ਲਾਈ, ਰਪੰਜ਼ਲ, ਰਪੰਜ਼ਲ, ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਰਪੰਜ਼ਲ ਨੇ ਸੋਚਿਆ ਕਿ ਆਵਾਜ਼ ਕੁਝ ਅਜੀਬ ਲੱਗ ਰਹੀ ਹੈ, ਪਰ ਉਸਨੇ ਐਵੇਂ ਹੀ ਵਾਲਾਂ ਨੂੰ ਥੱਲੇ ਸੁੱਟ ਦਿੱਤਾ। ਪ੍ਰਿੰਸ ਰੌਬ ਛੇਤੀ ਨਾਲ ਵਾਲਾਂ ਤੇ ਚੜ ਗਿਆ। ਉਹ ਉਸ ਆਵਾਜ਼ ਨੂੰ ਖੋਜਣ ਦੇ ਲਈ ਬੇਸਬਰਾ ਸੀ ਜੋ ਇੰਨਾ ਸੋਹਣਾ ਗਾਉਂਦੀ ਸੀ। ਓਹ, ਬੜੀ ਔਖੀ ਚੜਾਈ ਸੀ। ਰਪੰਜ਼ਲ ਨੇ ਜਦੋਂ ਉਸ ਨੂੰ ਵੇਖਿਆ ਤਾਂ ਉਹ ਘਬਰਾ ਗਈ। ਕੌਣ ਹੋ ਤੁਸੀਂ? ਤੁਸੀਂ ਇੱਥੇ ਕਿਵੇਂ ਪਹੁੰਚੇ? ਮੈਂ ਰਾਜਕੁਮਾਰ ਰੌਬ ਹਾਂ। ਮੈਨੂੰ ਲੱਗਿਆ ਕਿ ਤੁਸੀਂ ਮੁਸੀਬਤ 'ਚ ਉਸ ਚੁੜੇਲ ਦੇ ਕਾਰਨ। ਨਹੀਂ, ਮੈਂ ਰਪੰਜ਼ਲ ਹਾਂ। ਮੈਂ ਤੁਹਾਨੂੰ ਨਹੀਂ ਜਾਣਦੀ। ਮੇਰੀ ਮਾਂ ਕਹਿੰਦੀ ਹੈ ਕਿ ਅਜਨਬੀ ਖਤਰਨਾਕ ਜੀਵ ਹਨ। ਓ ਨਹੀਂ, ਤੁਸੀਂ ਇੱਥੋਂ ਚਲੇ ਜਾਓ। ਚਿੰਤਾ ਨਾ ਕਰੋ, ਮੈਂ ਕੋਈ ਖਤਰਨਾਕ ਇਨਸਾਨ ਜਾਂ ਪ੍ਰਾਣੀ ਨਹੀਂ ਹਾਂ। ਮੈਂ ਬਸ ਤੁਹਾਡੀ ਖੂਬਸੂਰਤ ਆਵਾਜ਼ ਸੁਣਦਾ ਸੀ ਅਤੇ ਵੇਖਣਾ ਚਾਹੁੰਦਾ ਸੀ ਕਿ ਚੁੜੇਲ ਕਰਦੀ ਕੀ ਹੈ। ਮੈਂ ਬਸ ਇੱਥੇ ਤੁਹਾਨੂੰ ਬਚਾਉਣ ਦੇ ਲਈ ਆਇਆ ਹਾਂ। ਰਾਜਕੁਮਾਰ ਦੇ ਲਫ਼ਜ਼ਾਂ ਨੇ ਰਪੰਜ਼ਲ ਦਾ ਦਿਲ ਨਰਮ ਕਰ ਦਿੱਤਾ ਅਤੇ ਹੁਣ ਉਸ ਦਾ ਡਰ ਜਾਂਦਾ ਰਿਹਾ। ਮਿਸ ਰਪੰਜ਼ਲ, ਕੀ ਤੁਸੀਂ ਫੁੱਲਾਂ ਦੀ ਖੁਸ਼ਬੂ ਸੁੰਘਣ, ਜੰਗਲ ਵਿੱਚ ਟਹਿਲਣ ਅਤੇ ਸੋਹਣੇ ਜਾਨਵਰਾਂ ਨਾਲ ਮਿਲਣ ਦੇ ਲਈ ਮੇਰੇ ਨਾਲ ਟਾਵਰ ਤੋਂ ਥੱਲੇ ਚੱਲਣਾ ਚਾਹੋਗੇ? ਰਪੰਜ਼ਲ ਸਾਲਾਂ ਤੋਂ ਬਾਹਰ ਦੇ ਜੀਵਨ ਦੀ ਖੋਜ ਕਰਨਾ ਚਾਹੁੰਦੀ ਸੀ, ਇਸ ਲਈ ਉਸਨੇ ਰਾਜਕੁਮਾਰ ਦੀ ਪੇਸ਼ਕਸ਼ ਨੂੰ ਸਿੱਧੇ ਸਵੀਕਾਰ ਕਰ ਲਿੱਤਾ। ਮੈਨੂੰ ਇੱਕ ਤਰਕੀਬ ਸੁਝੀ ਹੈ ਜਿਸ ਨਾਲ ਅਸੀਂ ਦੋਵੇਂ ਟਾਵਰ ਤੋਂ ਥੱਲੇ ਜਾ ਸਕਦੇ ਹਾਂ। ਜਦ ਅਗਲਾ ਦਿਨ ਆਇਆ ਤਾਂ ਦੁਸ਼ਟ ਚੁੜੈਲ ਕੈਮਿਲਾ ਟਾਵਰ ਤੇ ਪਹੁੰਚੀ ਅਤੇ ਰਪੰਜ਼ਲ ਨੂੰ ਬੁਲਾਉਣ ਹੀ ਵਾਲੀ ਸੀ ਕਿ ਉਸੇ ਵੇਲੇ ਉਸਨੇ ਲੰਮੇ ਸੁਨਹਿਰੇ ਵਾਲਾਂ ਨੂੰ ਵੇਖਿਆ ਟਾਵਰ ਤੇ ਉੱਤੇ ਤੋਂ। ਮੈਨੂੰ ਲੱਗਦਾ ਹੈ ਕਿ ਉਸਨੇ ਮੈਨੂੰ ਆਉਂਦਿਆਂ ਵੇਖਿਆ ਅਤੇ ਉਸਨੇ ਆਪਣੇ ਵਾਲ ਪਹਿਲਾਂ ਤੋਂ ਹੀ ਲਟਕਾ ਦਿੱਤੇ। ਕੈਮਿਲਾ ਟਾਵਰ ਦੇ ਉੱਤੇ ਚੜ੍ਹਨ ਲੱਗੀ। ਉਸੇ ਵੇਲੇ ਉਸਨੇ ਇੱਕ ਘੋੜੇ ਦੀ ਆਵਾਜ਼ ਸੁਣੀ। ਉਸਨੇ ਸੋਚਿਆ ਕਿ ਕੋਈ ਨੇੜੇ ਪਾਸੇ ਹੋ ਸਕਦਾ ਸੀ, ਪਰ ਉਹ ਇਸ ਸਭ ਵਿੱਚ ਪੈਣਾ ਨਹੀਂ ਚਾਹੁੰਦੀ ਸੀ। ਉਹ ਗੁੱਤ ਫੜ ਕੇ ਚੜ੍ਹਨ ਲੱਗੀ ਕਿਉਂਕਿ ਉਹ ਛੇਤੀ ਤੋਂ ਛੇਤੀ ਰਪੰਜ਼ਲ ਕੋਲ ਜਾਣਾ ਚਾਹੁੰਦੀ ਸੀ। ਜਦੋਂ ਰਪੰਜ਼ਲ ਦੇ ਕਮਰੇ ਵਿੱਚ ਪਹੁੰਚੀ ਤਾਂ ਹੈਰਾਨ ਰਹਿ ਗਈ। ਰਪੰਜ਼ਲ ਹੁਣ ਉੱਥੇ ਨਹੀਂ ਸੀ। ਉਸਨੇ ਆਪਣੇ ਵਾਲ ਕੱਟ ਲਏ ਸੀ ਅਤੇ ਉਹ ਟਾਵਰ ਤੋਂ ਭੱਜ ਗਈ ਸੀ। ਮੇਰਾ ਸੋਨਾ, ਮੇਰਾ ਸੋਨਾ, ਮੇਰਾ ਸੋਨਾ ਚਲਾ ਗਿਆ। ਓ ਨਹੀਂ, ਰਪੰਜ਼ਲ ਨੇ ਆਪਣੇ ਵਾਲ ਕੱਟ ਲਏ ਸੀ ਅਤੇ ਟਾਵਰ ਦੀ ਦੀਵਾਰ ਤੇ ਲੋਹੇ ਨਾਲ ਬੰਨ੍ਹ ਦਿੱਤੇ ਸੀ ਤਾਂ ਜੋ ਉਹ ਅਤੇ ਰਾਜਕੁਮਾਰ ਇਕੱਠੇ ਥੱਲੇ ਉਤਰ ਸਕਣ। ਕੈਮਿਲਾ ਨੇ ਕੱਲੇ ਟਾਵਰ ਵਿੱਚ ਉਤਾਵਲੇ ਹੋ ਕੇ ਰਪੰਜ਼ਲ ਦੇ ਕਟੇ ਵਾਲਾਂ ਨੂੰ ਛੋਇਆ। ਨਹੀਂ ਨਹੀਂ ਨਹੀਂ, ਇਹ
ਹੁਣ ਕੰਮ ਨਹੀਂ ਕਰਦਾ ਕਿਉਂਕਿ ਵਾਲ ਕਟੇ ਹੋਏ ਨੇ। ਵਾਲਾਂ ਨੂੰ ਸੋਨੇ ਵਿੱਚ ਬਦਲਣ ਦੇ ਲਈ ਜੜ੍ਹਾਂ ਹੋਣੀਆਂ ਚਾਹੀਦੀਆਂ ਨੇ। ਇਸੇ ਦਰਮਿਆਨ ਰਾਜਕੁਮਾਰ ਰੌਬ ਅਤੇ ਰਪੰਜ਼ਲ ਰਾਜਕੁਮਾਰ ਦੇ ਮਹਿਲ ਵਿੱਚ ਪੁੱਜੇ ਅਤੇ ਰਾਜਕੁਮਾਰ ਨੇ ਸਭ ਕੁਝ ਦੱਸਿਆ ਆਪਣੇ ਮਾਪਿਓ ਮਤਲਬ ਰਾਜਾ ਰਾਣੀ ਨੂੰ। ਰਾਜਾ ਨੇ ਕਿਹਾ ਕਿ ਉਸਨੇ ਇੱਕ ਬੁੱਢੇ ਕਿਸਾਨ ਤੇ ਉਸਦੀ ਘਰਵਾਲੀ ਦੇ ਮੂੰਹੋਂ ਰਪੰਜ਼ਲ ਨਾਂ ਸੁਣਿਆ ਸੀ। ਸੋ ਰਾਜਕੁਮਾਰ ਫਟਾਫਟ ਹੀ ਰਪੰਜ਼ਲ ਨੂੰ ਉਸ ਜਨਾਨੀ ਆਦਮੀ ਦੇ ਪੁਰਾਣੇ ਘਰ ਵਿੱਚ ਲੈ ਗਿਆ ਜਿਨ੍ਹਾਂ ਨੇ ਕਿਹਾ ਸੀ ਕਿ ਉਹਨਾਂ ਨੇ ਰਪੰਜ਼ਲ ਨਾਂ ਦਾ ਬੱਚਾ ਗਵਾਇਆ ਹੈ। ਜਿਵੇਂ ਹੀ ਉਸਦੇ ਗਰੀਬ ਮਾਪਿਓ ਨੇ ਦਰਵਾਜ਼ਾ ਖੋਲ੍ਹਿਆ ਤੇ ਰਪੰਜ਼ਲ ਨੂੰ ਵੇਖਿਆ, ਉਹਨਾਂ ਨੇ ਉਸ ਨੂੰ ਪਛਾਣ ਲਿਆ। ਮੇਰੀ ਧੀ, ਮੇਰੀ ਪਿਆਰੀ ਧੀ, ਤੂੰ ਸਾਨੂੰ ਮਿਲ ਗਈ। ਦੁਸ਼ਟ ਚੁੜੈਲ ਤੈਨੂੰ ਸਾਡੇ ਤੋਂ ਦੂਰ ਲੈ ਗਈ ਸੀ। ਇੰਨੇ ਸਾਲ ਹੋ ਗਏ ਪਰ ਆਖਿਰਕਾਰ ਤੂੰ ਘਰ ਆਈ ਗਈ। ਤੇਰਾ ਅਸਲੀ ਪਰਿਵਾਰ ਅਸੀਂ ਹਾਂ। ਰਪੰਜ਼ਲ ਆਪਣੇ ਅਸਲੀ ਪਰਿਵਾਰ ਨਾਲ ਮਿਲ ਕੇ ਬਹੁਤ ਖੁਸ਼ ਸੀ। ਤੇ ਤੁਹਾਨੂੰ ਕੀ ਲੱਗਦਾ ਹੈ ਕੀ ਹੋਇਆ ਹੋਵੇਗਾ ਕੈਮਿਲਾ ਦਾ, ਜੋ ਬਿਨਾਂ ਕਿਸੇ ਸੋਨੇ ਦੇ ਟਾਵਰ ਵਿੱਚ ਰਹਿ ਗਈ ਸੀ? ਮੈਂ ਤੈਨੂੰ ਲੱਭ ਕੇ ਰਵਾਂਗੀ ਰਪੰਜ਼ਲ। ਮੈਂ ਤੈਨੂੰ ਉਹਨਾਂ ਵਾਲਾਂ ਦੇ ਲਈ ਲੱਭ ਕੇ ਰਵਾਂਗੀ ਜੋ ਸੋਨੇ ਵਿੱਚ ਬਦਲ ਜਾਂਦੇ ਨੇ। ਰਪੰਜ਼ਲ, ਲੰਮੇ ਵਾਲਾਂ ਦੀ ਦੋਸਤ। ਇੱਕ ਵਾਰ ਸੂਰਜ ਦੀ ਗਰਮਾਹਟ ਵਾਲੀ ਦੂਰ ਦੀ ਜ਼ਮੀਨ ਤੇ ਰਪੰਜ਼ਲ ਨਾਂ ਦੀ ਇੱਕ ਰਾਜਕੁਮਾਰੀ ਸੀ। ਉਹ ਆਪਣੇ ਪਿਆਰੇ ਰਾਜਕੁਮਾਰ ਰੌਬ ਦੇ ਨਾਲ ਦੇਸ਼ ਦੇ ਸਭ ਤੋਂ ਸ਼ਾਨਦਾਰ ਮਹਿਲ ਵਿੱਚ ਰਹਿੰਦੀ ਸੀ। ਇੱਕ ਦਿਨ ਰਪੰਜ਼ਲ ਮਹਿਲ ਦੇ ਬਗੀਚੇ ਵਿੱਚ ਇੱਕ ਪੇੜ ਤੇ ਆਪਣੇ ਵਾਲਾਂ ਤੇ ਝੂਟ ਰਹੀ ਸੀ ਕਿ ਤਦੇ ਉਸਨੇ ਇੱਕ ਆਵਾਜ਼ ਸੁਣੀ ਜਿਸ ਨੂੰ ਉਸਨੇ ਪਹਿਲਾਂ ਕਦੇ ਨਹੀਂ ਸੁਣਿਆ ਸੀ। ਥੋੜਾ ਹੌਲੀ ਕਰੋ, ਮੈਂ ਗਿਰ ਰਹੀ ਹਾਂ। ਹਾਂ, ਇਹ ਕੌਣ ਕਹਿ ਰਿਹਾ ਹੈ? ਮੈਂ ਜ਼ਿਆਦਾ ਦੇਰ ਤੱਕ ਨਹੀਂ ਟਿਕੇ ਰਹਿ ਸਕਦੀ, ਮੈਂ ਡਿੱਗ ਪਵਾਂਗੀ। ਕੀ ਮੈਂ ਦਿਨ ਵਿੱਚ ਸੁਪਨੇ ਵੇਖ ਰਹੀ ਹਾਂ? ਮੇਰੇ ਸਿਰ ਤੇ ਕੀ ਆਵਾਜ਼ ਹੈ? ਇਹ ਮੇਰੀ ਹੈ, ਮੇਰੀ। ਆਵਾਜ਼ ਰਪੰਜ਼ਲ ਦੇ ਵਾਲਾਂ ਵਿੱਚ ਲੱਗੇ ਕਲਿੱਪ ਤੋਂ ਆ ਰਹੀ ਸੀ। ਕੀ ਤੂੰ ਮੇਰੇ ਨਾਲ ਗੱਲਾਂ ਕਰ ਰਹੀ ਸੀ? ਬੇਸ਼ੱਕ ਇਹ ਮੈਂ ਸੀ। ਜਾਂ ਤੁਹਾਨੂੰ ਲੱਗਿਆ ਕਿ ਤੁਸੀਂ ਪਾਗਲ ਹੋ ਗਏ ਹੋ? ਛੋਟੂ ਹੇਅਰ ਕਲਿੱਪ ਚੱਲਣਾ ਸ਼ੁਰੂ ਹੋਈ ਅਤੇ ਰਪੰਜ਼ਲ, ਜਿਸਨੇ ਪਹਿਲਾਂ ਕਦੇ ਇੱਕ ਬੋਲਣ ਵਾਲੀ ਹੇਅਰ ਕਲਿੱਪ ਨਹੀਂ ਵੇਖੀ ਸੀ, ਉਸ ਦੇ ਪਿੱਛੇ ਚੱਲ ਪਈ। ਤਾਂ ਕੀ ਤੇਰਾ ਕੋਈ ਨਾਂ ਹੈ? ਬੇਸ਼ੱਕ ਹੈ, ਮੇਰਾ ਨਾਂ ਕਲੈਪਸੀ ਹੈ। ਤਾਂ ਤੂੰ ਹਮੇਸ਼ਾ ਤੋਂ ਗੱਲ ਕਰ ਸਕਦੀ ਹੈ। ਸਿਰਫ ਇੱਕ ਹੀ ਜਿਸ ਨਾਲ ਮੈਂ ਗੱਲ ਨਹੀਂ ਕਰ ਸਕਦੀ ਸੀ, ਉਹ ਸੀ ਤੁਸੀਂ। ਅਜਿਹਾ ਕਿਉਂ ਹੈ? ਨਿੱਕੀ ਜਿਹੀ ਕਲੈਪਸੀ ਨੇ ਰੁਕ ਕੇ ਰਪੰਜ਼ਲ ਨੂੰ ਸਭ ਕੁਝ ਦੱਸਣਾ ਸ਼ੁਰੂ ਕੀਤਾ। ਮੈਂ ਵੀ ਕਦੇ ਤੁਹਾਡੀ ਤਰ੍ਹਾਂ ਇੱਕ ਸੋਹਣੀ ਮੁਟਿਆਰ ਸੀ। ਭਾਵੇਂ ਮੇਰੇ ਵਾਲ ਉਨੇ ਲੰਮੇ, ਸੁਨਹਿਰੇ ਅਤੇ ਚਮਕਦਾਰ ਨਹੀਂ ਸੀ ਜਿੰਨੇ ਕਿ ਤੁਹਾਡੇ, ਪਰ ਜੋ ਵੀ ਹੋਵੇ, ਇੱਕ ਦਿਨ ਮੈਂ ਕੁਝ ਕਾਲੇ ਸ਼ਤੂਤ ਲੈਣ ਗਈ ਸੀ ਜੋ ਹਨੇਰੇ ਜੰਗਲ ਵਿੱਚ ਉੱਗਦੇ ਨੇ। ਤੂੰ ਕੱਲੀ ਹਨੇਰੇ ਜੰਗਲ ਵਿੱਚ ਚਲੀ ਗਈ? ਕੀ ਤੁਸੀਂ ਵਾਕਈ ਇਹ ਗੱਲ ਕਰ ਰਹੇ ਹੇਅਰ ਕਲਿੱਪ ਦੀ ਗੱਲਬਾਤ ਵਿੱਚ ਰੁਕਾਵਟ ਪਾਓਗੇ? ਮੈਨੂੰ ਇੱਕ ਬਹੁਤ ਵੱਡਾ ਸ਼ਤੂਤ ਦਾ ਪੇੜ ਮਿਲਿਆ ਤੇ ਮੈਂ ਕੁਝ ਸ਼ਤੂਤ ਤੋੜਨੇ ਸ਼ੁਰੂ ਕਰ ਦਿੱਤੇ। ਉਸੇ ਵੇਲੇ ਮੈਂ ਜੰਗਲ ਵਿੱਚ ਇੱਕ ਚਮਕਦੀ ਹੋਈ ਅਜੀਬ ਰੌਸ਼ਨੀ ਵੇਖੀ। ਮੈਂ ਉਤਸ਼ਾਹਿਤ ਸੀ ਅਤੇ ਇਹ ਵੇਖਣ ਦੇ ਲਈ ਰੌਸ਼ਨੀ ਦੇ ਕੋਲ ਚਲੀ ਗਈ ਕਿ ਉੱਥੇ ਕੀ ਸੀ, ਅਤੇ ਮੇਰੇ ਸਾਹਮਣੇ ਇੱਕ ਬੱਚੇ ਦੇ ਨਾਲ ਇੱਕ ਬੁੱਢੀ ਜਨਾਨੀ ਖੜੀ ਸੀ। ਅਤੇ ਉਹ ਤੂੰ ਸੀ ਰਪੰਜ਼ਲ। ਉਹ ਔਰਤ ਜੰਗਲ ਵਿੱਚ ਵਗਣ ਵਾਲੀ ਨਦੀ ਵਿੱਚ ਬੱਚੇ ਦੇ ਚਮਕਦਾਰ ਵਾਲ ਧੋ ਰਹੀ ਸੀ। ਜਦੋਂ ਬੁੱਢੀ ਔਰਤ ਨੇ ਬੱਚੇ ਦੇ ਵਾਲ ਨਦੀ ਦੇ ਪਾਣੀ ਵਿੱਚ ਡੁਬੋਏ ਤਾਂ ਉਹ ਸੋਨੇ ਦੀ ਗੇਂਦਾਂ ਵਿੱਚ ਬਦਲ ਗਏ। ਉਸਨੇ ਸੋਨੇ ਦੀ ਇੱਕ ਗੇਂਦ ਆਪਣੇ ਹੱਥ ਵਿੱਚ ਲਈ ਅਤੇ ਕੁਝ ਫੁਸਫੁਸਾਈ। ਫਿਰ ਗੇਂਦ ਅਚਾਨਕ ਸੋਨੇ ਦੇ ਇੱਕ ਪੰਖੇ ਵਿੱਚ ਬਦਲ ਗਈ। ਜਦ ਉਸ ਔਰਤ ਨੇ ਆਪਣੇ ਚਿਹਰੇ ਨੂੰ ਠੰਡਾ ਕਰਨ ਦੇ ਲਈ ਪੰਖਾ ਚੱਲਿਆ ਤਾਂ ਉਹ ਹੋਰ ਜਵਾਨ ਹੋ ਗਈ। ਮੈਨੂੰ ਆਪਣੀ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਤੇ ਮੈਂ ਉਸ ਦੇ ਵੱਲ ਤੁਰਨ ਲੱਗੀ ਅਤੇ ਫਿਰ ਉਹ ਅਚਾਨਕ ਘੁੰਮਣ ਲੱਗੀ। ਤੂੰ ਇੱਥੇ ਕੀ ਕਰ ਰਹੀ ਹੈ? ਤੂੰ ਕੀ ਵੇਖਿਆ? ਮੈਨੂੰ ਹੁਣੇ ਦੱਸ। ਕਿ ਉਹ ਵਾਲ ਸਿਰਫ ਸੋਨੇ ਵਿੱਚ ਬਦਲਦੇ ਨੇ? ਮੈਂ ਕਿਹਾ। ਤਦ ਬੁੱਢੀ ਔਰਤ, ਉਹ ਜੋ ਹੁਣ ਜਵਾਨ ਵੇਖਦੀ ਸੀ, ਉਹਨੇ ਮੈਨੂੰ ਹੇਅਰ ਕਲਿੱਪ ਵਿੱਚ ਬਦਲ ਦਿੱਤਾ। ਤੂੰ ਮੇਰੇ ਨਾਲ ਇਹ ਕੀ ਕੀਤਾ? ਓ ਨਹੀਂ, ਨਹੀਂ।
ਹੁਣ ਤਾਂ ਤੂੰ ਇੱਕ ਹੇਅਰ ਕਲਿੱਪ ਬਣ ਕੇ ਮੇਰੀ ਨਿੱਕੀ ਰਪੰਜ਼ਲ ਦੇ ਵਾਲਾਂ ਦੀ ਰੱਖਿਆ ਕਰੇਂਗੀ। ਹਾਂ, ਕੀ ਸੱਚ ਹੈ? ਤੂੰ ਇਹ ਮੇਰੀ ਵਜ੍ਹਾ ਕਰਕੇ ਹੋਇਆ? ਸਾਨੂੰ ਜਾਦੂ ਤੋੜਨਾ ਹੋਵੇਗਾ। ਇਹ ਸਭ ਉਸ ਦੁਸ਼ਟ ਚੁੜੈਲ ਕੈਮਿਲਾ ਦੀ ਕਰਤੂਤ ਹੈ। ਸਿਰਫ ਕੈਮਿਲਾ ਹੀ ਜਾਣਦੀ ਹੈ ਕਿ ਮੈਂ ਫਿਰ ਤੋਂ ਇਨਸਾਨ ਕਿਵੇਂ ਬਣ ਸਕਦੀ ਹਾਂ। ਰਪੰਜ਼ਲ ਅਤੇ ਕਲੈਪਸੀ ਰਲ ਕੇ ਕੈਮਿਲਾ ਚੁੜੈਲ ਦੇ ਟਾਵਰ ਵੱਲ ਚੱਲਣ ਦੇ ਲਈ ਤਿਆਰ ਹੋ ਗਈਆਂ। ਥੋੜੀ ਦੇਰ ਚੱਲਣ ਦੇ ਬਾਅਦ ਉਹਨਾਂ ਨੇ ਜੰਗਲ ਦੇ ਵਿੱਚ ਇੱਕ ਗਹਿਰੀ ਨਦੀ ਨੂੰ ਪਾਰ ਕੀਤਾ। ਨਦੀ ਪਾਰ ਕਰਨ ਦੇ ਲਈ ਰਪੰਜ਼ਲ ਨੇ ਆਪਣੇ ਵਾਲਾਂ ਨਾਲ ਇੱਕ ਛੋਟੀ ਜਿਹੀ ਕਿਸ਼ਤੀ ਬਣਾਈ। ਉਹ ਕਿਸ਼ਤੀ ਵਿੱਚ ਕੁੱਦ ਕੇ ਬੈਠੀਆਂ ਅਤੇ ਨਦੀ ਦੇ ਦੂਜੇ ਪਾਸੇ ਚਲੀਆਂ ਗਈਆਂ। ਵੱਡੇ ਵੱਡੇ ਦਰਖਤਾਂ ਦੇ ਵਿੱਚੋਂ ਲੰਘਦੇ ਹੋਏ ਆਖਰ ਉਹਨਾਂ ਨੂੰ ਇੱਕ ਬਹੁਤ ਉੱਚਾ ਟਾਵਰ ਨਜ਼ਰ ਉਹ ਆਇਆ। ਟਾਵਰ ਜਿਸ ਵਿੱਚ ਮੈਂ ਇੱਕ ਵਾਰ ਫਸ ਗਈ ਸੀ। ਤਾਂ ਅਸੀਂ ਇਸ ਤੇ ਕਿਵੇਂ ਚੜਨ ਵਾਲੇ ਹਾਂ ਰਪੰਜ਼ਲ? ਚੱਲ ਵੇਖਦੇ ਹਾਂ। ਅਸੀਂ ਉਸ ਨੂੰ ਇੱਕ ਸੁਰੱਖਿਅਤ ਦੂਰੀ ਤੋਂ ਵੇਖਾਂਗੇ। ਰਪੰਜ਼ਲ ਨੇ ਕਲੈਪਸੀ ਨੂੰ ਆਪਣੇ ਵਾਲਾਂ ਦੇ ਸਿਰੇ ਤੇ ਲਾਇਆ ਤੇ ਦੋਵੇਂ ਪਾਸੇ ਉਸਨੇ ਪਤੰਗ ਦੀ ਤਰ੍ਹਾਂ ਵੱਡੇ ਪੱਤੇ ਜੋੜੇ। ਫਿਰ ਉਸਨੇ ਆਪਣੇ ਵਾਲਾਂ ਨੂੰ ਅਸਮਾਨ ਵੱਲ ਟਾਵਰ ਦੇ ਸ਼ਿਖਰ ਤੇ ਸੁੱਟ ਦਿੱਤਾ। ਉੱਤੇ ਜਾ ਲੰਮੇ ਛੋਟੂ ਹੇਅਰ ਕਲਿੱਪ। ਕਲੈਪਸੀ ਆਕਾਸ਼ ਦੇ ਜ਼ਰੀਏ ਤੈਰ ਗਈ ਅਤੇ ਅੰਦਰ ਵੇਖਿਆ। ਉਸਨੇ ਸਭ ਤੋਂ ਪਹਿਲਾਂ ਜੋ ਵੇਖਿਆ ਉਹ ਇੱਕ ਬੋਕਰ ਸੀ ਜੋ ਆਪਣੇ ਆਪ ਹੀ ਫਰਸ਼ ਤੇ ਝਾੜੂ ਮਾਰ ਰਹੀ ਸੀ। ਇੱਕ ਪਲ ਬਾਅਦ ਉਸਨੇ ਕੈਮਿਲਾ ਨੂੰ ਬੋਕਰ ਨਾਲ ਗੱਲਾਂ ਕਰਦੇ ਸੁਣਿਆ। ਬੋਕਰ ਬੋਕਰ, ਮੇਰੀ ਸੁਨਹਿਰੀ ਬੋਕਰ ਬਰੂਮੀ, ਮੈਨੂੰ ਦੱਸ, ਮੈਨੂੰ ਕਿਵੇਂ ਰਪੰਜ਼ਲ ਦੇ ਵਾਲ ਵਾਪਸ ਮਿਲਣ ਵਾਲੇ ਨੇ? ਮੈਂ ਆਪਣੇ ਸੋਨੇ ਦੇ ਬਿਨਾਂ ਨਹੀਂ ਰਹਿ ਸਕਦੀ। ਜੇ ਤੁਸੀਂ ਬਸ ਬਾਰੀ ਤੋਂ ਬਾਹਰ ਵੇਖੋਗੇ ਤਾਂ ਤੁਸੀਂ ਉਹਨਾਂ ਜਾਦੂਈ ਵਾਲਾਂ ਨੂੰ ਵੇਖ ਸਕੋਗੇ। ਕਲੈਪਸੀ ਸਿੱਧੇ ਮੈਦਾਨ ਵਿੱਚ ਵਾਪਸ ਚਲੀ ਗਈ। ਤੇਰੇ ਦਿਮਾਗ ਤੇ ਵੀ ਬੋਕਰ ਫਿਰ ਗਈ ਹੈ ਬਰੂਮੀ। ਨਹੀਂ ਮੇਰੀ ਮਾਲਕਨ, ਮੈਂ ਸੱਚ ਕਹਿ ਰਹੀ ਹਾਂ। ਜੇ ਤੁਸੀਂ ਮੇਰੇ ਤੇ ਯਕੀਨ ਨਹੀਂ ਕਰਦੇ ਤਾਂ ਬਸ ਇੱਕ ਨਜ਼ਰ ਮਾਰੋ। ਕਲੈਪਸੀ ਨੇ ਘਬਰਾ ਕੇ ਰਪੰਜ਼ਲ ਨੂੰ ਦੱਸਿਆ ਕਿ ਬਰੂਮੀ ਨੇ ਉਸ ਨੂੰ ਵੇਖ ਲਿਆ। ਕੈਮਿਲਾ ਖਿੜਕੀ ਵਿੱਚ ਚਲੀ ਗਈ। ਹਾਲਾਂਕਿ ਉਸ ਨੂੰ ਹਾਲੇ ਵੀ ਯਕੀਨ ਨਹੀਂ ਸੀ ਜੋ ਬਰੂਮੀ ਨੇ ਕਿਹਾ, ਪਰ ਜਦੋਂ ਉਹਨੇ ਥੱਲੇ ਵੇਖਿਆ ਤਾਂ ਉਸਨੇ ਰਪੰਜ਼ਲ ਤੇ ਕਲੈਪਸੀ ਨੂੰ ਭੱਜਦੇ ਹੋਏ ਵੇਖਿਆ। ਰੁਕ ਜਾਓ, ਨਾ ਜਾਓ, ਮੈਂ ਬਦਲ ਗਈ ਹਾਂ। ਮੈਂ ਹੁਣ ਪਹਿਲਾਂ ਵਰਗੀ ਨਹੀਂ ਰਹੀ। ਰਪੰਜ਼ਲ ਇੱਕ ਸਕਿੰਟ ਦੇ ਲਈ ਰੁਕ ਗਈ। ਕਲੈਪਸੀ, ਕੀ ਤੂੰ ਸੁਣਿਆ? ਸ਼ਾਇਦ ਉਹ ਬਦਲ ਗਈ ਹੈ। ਪਰ ਕਿਵੇਂ? ਰਪੰਜ਼ਲ ਕਲੈਪਸੀ ਦੇ ਨਾਲ ਇਕੱਠੇ ਵਾਪਸ ਟਾਵਰ ਤੇ ਗਈ। ਕੈਮਿਲਾ ਉੱਡਦੇ ਹੋਏ ਟਾਵਰ ਤੋਂ ਥੱਲੇ ਉਤਰੀ, ਬਰੂਮੀ ਤੇ ਸਵਾਰ ਹੋ ਕੇ। ਜਿਵੇਂ ਹੀ ਉਸਨੇ ਰਪੰਜ਼ਲ ਦੇ ਚਮਕਦਾਰ ਵਾਲ ਵੇਖੇ, ਉਸ ਦੀਆਂ ਅੱਖਾਂ ਚਮਕਣ ਲੱਗੀਆਂ। ਉਹ ਰਪੰਜ਼ਲ ਦੇ ਵਾਲਾਂ ਨੂੰ ਹੱਥ ਲਾ ਕੇ ਵੇਖਣਾ ਚਾਹੁੰਦੀ ਸੀ, ਇਸ ਲਈ ਕੋਲ ਆਈ। ਇੰਨਾ ਕੋਲ ਨਾ ਆ ਕੈਮਿਲਾ। ਮੈਂ ਤੈਨੂੰ ਬਹੁਤ ਯਾਦ ਕੀਤਾ ਰਪੰਜ਼ਲ। ਜੇ ਮੈਂ ਤੇਰੇ ਵਾਲਾਂ ਨੂੰ ਸਿਰਫ ਇੱਕ ਪਲ ਦੇ ਲਈ ਹੱਥ ਲਾ ਲਵਾਂ ਤਾਂ। ਅਸੀਂ ਇੱਕ ਸੌਦਾ ਕਰਦੇ ਹਾਂ ਕੈਮਿਲਾ। ਮੈਂ ਤੈਨੂੰ ਆਪਣੇ ਕੁਝ ਵਾਲ ਦਿਆਂਗੀ ਤੇ ਬਦਲੇ ਵਿੱਚ ਤੂੰ ਕਲੈਪਸੀ ਨੂੰ ਵਾਪਸ ਇਨਸਾਨ ਬਣਾ ਦੇਂਗੀ। ਹਾਂ, ਬਿਲਕੁਲ, ਡੀਲ ਪੱਕੀ। ਰਪੰਜ਼ਲ, ਤੂੰ ਮੈਨੂੰ ਆਪਣੇ ਸੁਨਹਿਰੇ ਵਾਲ ਦੇ ਦੇ। ਰਪੰਜ਼ਲ ਨੇ ਆਪਣੇ ਵਾਲਾਂ ਦੀ ਇੱਕ ਲੱਟ ਲਈ ਅਤੇ ਉਸ ਨੂੰ ਕੈਮਿਲਾ ਦੇ ਹਵਾਲੇ ਕਰ ਦਿੱਤਾ। ਕੈਮਿਲਾ ਵਾਲਾਂ ਨੂੰ ਲੈ ਕੇ ਬਾਹਰ ਨਿਕਲਦੀ ਹੈ। ਆਖਰਕਾਰ ਮੈਨੂੰ ਵਾਲਾਂ ਦਾ ਇੱਕ ਟੁਕੜਾ ਮਿਲ ਗਿਆ ਜੋ ਮੈਨੂੰ ਫੇਰ ਤੋਂ ਜਵਾਨ ਬਣਾ ਦੇਗਾ। ਛੇਤੀ ਕਰ, ਹੁਣ ਮੇਰੀ ਵਾਰੀ ਹੈ। ਮੈਨੂੰ ਫੇਰ ਤੋਂ ਇਨਸਾਨ ਬਣਾ। ਕੈਮਿਲਾ, ਜੋ ਬਰੂਮੀ ਤੇ ਬਹਿ ਕੇ ਪਹਿਲਾਂ ਤੋਂ ਹੀ ਉੱਡ ਗਈ ਸੀ, ਉਹਨਾਂ ਨੂੰ ਚੀਕ ਕੇ ਬੋਲੀ, ਤੁਹਾਨੂੰ 7 ਸ਼ਿਖਰ ਵਾਲੇ ਪਰਵਤਾਂ ਦੇ ਪਿੱਛੇ ਡਰੈਗਨ ਨੂੰ ਹਸਾਣਾ ਹੋਵੇਗਾ। ਸਿਰਫ ਤਾਂ ਹੀ ਤੂੰ ਫੇਰ ਤੋਂ ਇੱਕ ਇਨਸਾਨ ਬਣ ਸਕਦੀ ਹੈ। 7 ਸ਼ਿਖਰ ਵਾਲੇ ਪਹਾੜਾਂ ਦੇ ਪਿੱਛੇ ਇੱਕ ਡਰੈਗਨ? ਜੇ ਕੈਮਿਲਾ ਸੱਚ ਕਹਿੰਦੀ ਹੈ ਤਾਂ ਅਸੀਂ ਉਸ ਡਰੈਗਨ ਨੂੰ ਪੱਕਾ ਲੱਭ ਕੇ ਰਹਾਂਗੇ। ਕਲੈਪਸੀ, ਤੂੰ ਤਿਆਰ ਹੈ ਨਾ? ਮੇਰੀ ਮਾਲਕਨ, ਕੀ ਸੱਚੀ ਮੁੱਚੀ ਉਹਨਾਂ ਪਹਾੜਾਂ ਤੇ ਡਰੈਗਨ ਹੈ? ਨਹੀਂ, ਉੱਥੇ ਕੋਈ ਡਰੈਗਨ ਨਹੀਂ ਹੈ।
ਰਪੰਜ਼ਲ ਨੇ ਕਲੈਪਸੀ ਨੂੰ ਆਪਣੇ ਵਾਲਾਂ ਨਾਲ ਜੋੜਿਆ ਅਤੇ ਦੋਵੇਂ ਇੱਕ ਵੱਡੇ ਹਿੰਮਤ ਵਾਲੇ ਕੰਮ ਦੇ ਲਈ ਪਹਾੜਾਂ ਦੇ ਵੱਲ ਤੁਰ ਪਈਆਂ। ਰਪੰਜ਼ਲ ਅਤੇ ਬੇਬੀ ਡਰੈਗਨ। ਇੱਕ ਵਾਰ ਦੀ ਗੱਲ ਹੈ, 7 ਸ਼ਿਖਰ ਵਾਲੇ ਪਰਬਤਾਂ ਦੀ ਤੀਜੀ ਗੁਫਾ ਵਿੱਚ ਇੱਕ ਅੰਡਾ ਸੀ ਜਿਸ ਦੀ ਰਖਵਾਲੀ ਨਿੱਕੇ ਗਿਲਹਰੀ ਭਰਾ ਕਰਿਆ ਕਰਦੇ ਸੀ। ਇਹ ਅੰਡਾ ਇੱਕ ਡਰੈਗਨ ਦਾ ਅੰਡਾ ਸੀ ਜੋ ਫੁੱਟਣੀ ਵਾਲਾ ਸੀ। ਬਹੁਤ ਦੂਰ ਨਹੀਂ, ਫੁੱਲਾਂ ਦੀ ਖੁਸ਼ਬੂ, ਹਰੀ ਭਰੀ ਘਾਹ ਦੀ ਪਹਾੜੀਆਂ ਅਤੇ ਰਾਜਕੁਮਾਰੀ ਰਪੰਜ਼ਲ ਦੀ ਸੋਹਣੇ ਰੂਪ ਨਾਲ ਭਰਿਆ ਹੋਇਆ ਇੱਕ ਦੇਸ਼ ਸੀ। ਉਹ ਉਸ ਡਰੈਗਨ ਨੂੰ ਲੱਭ ਰਹੀ ਸੀ ਜਿਸ ਦੇ ਬਾਰੇ ਵਿੱਚ ਕੈਮਿਲਾ ਚੁੜੈਲ ਨੇ ਉਹਨਾਂ ਨੂੰ ਦੱਸਿਆ ਸੀ। ਕਲੈਪਸੀ ਦੀ ਮਦਦ ਨਾਲ ਉਸਨੇ ਜਾਦੂ ਦੇ ਜੰਗਲ ਵਿੱਚ ਇਸ ਦੀ ਖੋਜ ਕੀਤੀ। ਕੈਮਿਲਾ ਨੇ ਵਾਅਦਾ ਕੀਤਾ ਸੀ ਕਿ ਜੇ ਕਲੈਪਸੀ ਡਰੈਗਨ ਨੂੰ ਹਸਾ ਦੇਗੀ ਤਾਂ ਉਹ ਫਿਰ ਤੋਂ ਇਨਸਾਨ ਬਣ ਸਕਦੀ ਹੈ। ਰਪੰਜ਼ਲ, ਮੈਂ ਥੱਕ ਗਈ ਹਾਂ। ਕੀ ਮੈਂ ਤੁਹਾਡੇ ਵਾਲਾਂ ਤੇ ਆਰਾਮ ਕਰ ਸਕਦੀ ਹਾਂ? ਰਪੰਜ਼ਲ ਨੇ ਕਲੈਪਸੀ ਨੂੰ ਚੁੱਕਿਆ ਅਤੇ ਉਸ ਨੂੰ ਆਪਣੇ ਵਾਲਾਂ ਉੱਤੇ ਲਾਇਆ ਤੇ ਫਿਰ ਉਹ ਚਲੀ ਗਈ। ਜਦੋਂ ਉਹ ਚੱਲ ਰਹੀ ਸੀ, ਜਾਦੂ ਦੇ ਜੰਗਲ ਤੋਂ ਇੱਕ ਉੱਲੂ ਚੁੱਪਕੇ ਨਾਲ ਉਹਨਾਂ ਦਾ ਪਿੱਛਾ ਕਰਨ ਲੱਗਾ। ਇਹ ਤੁਹਾਡੇ ਸੋਚਣ ਨਾਲੋਂ ਵੀ ਜ਼ਿਆਦਾ ਸੌਖਾ ਹੈ। ਜੰਗਲ ਵਿੱਚ ਰਲ ਮਿਲ ਜਾਣਾ ਜਦੋਂ ਤੁਸੀਂ ਉੱਲੂ ਹੁੰਦੇ ਹੋ। ਅਤੇ ਕੁਝ ਸਮੇਂ ਬਾਅਦ ਉਸਨੇ ਇੱਕ ਮਧੂਮੱਖੀ ਨੂੰ ਵੇਖਿਆ। ਚਾਹੇ ਕੁਝ ਮਧੂਮੱਖੀਆਂ ਛੱਤੇ ਦੇ ਚਾਰੇ ਪਾਸੇ ਉੱਡ ਰਹੀਆਂ ਸੀ, ਪਰ ਇਹ ਖਾਲੀ ਲੱਗ ਰਿਹਾ ਸੀ। ਕੀ ਤੁਹਾਨੂੰ ਲੱਗਦਾ ਹੈ ਕਿ ਰਾਣੀ ਮਧੂਮੱਖੀ ਨੇ ਉਸ ਛੱਤੇ ਨੂੰ ਛੱਡ ਦਿੱਤਾ ਹੈ ਕਲੈਪਸੀ? ਮੈਨੂੰ ਇੰਜ ਨਹੀਂ ਲੱਗਦਾ। ਉਹ ਵੇਖੋ। ਰਪੰਜ਼ਲ ਨੇ ਜੋ ਵੇਖਿਆ ਉਸ ਨਾਲ ਉਹ ਘਬਰਾ ਗਈ, ਕਿਉਂਕਿ ਉਸ ਤੋਂ ਆਕਾਰ ਵਿੱਚ 3 ਗੁਣਾ ਵੱਡੀ ਇੱਕ ਰਾਣੀ ਮੱਖੀ ਉਹਦੇ ਸਾਹਮਣੇ ਖੜੀ ਸੀ। ਰਾਣੀ ਮੱਖੀ, ਅਸੀਂ 7 ਸ਼ਿਖਰ ਵਾਲੇ ਪਹਾੜਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਂ, ਸੱਚੀ। ਕੀ ਅਸੀਂ ਸਹੀ ਰਸਤੇ ਤੇ ਜਾ ਰਹੇ ਹਾਂ ਜਾਂ ਗਲਤ ਰਸਤੇ ਤੇ? ਮੈਨੂੰ ਲੱਗਦਾ ਹੈ ਕਿ ਅਸੀਂ ਸਹੀ ਰਸਤੇ ਤੇ ਆ। ਰਪੰਜ਼ਲ, ਚੱਲ ਅਸੀਂ ਦੂਰ ਹਟ ਜਾਈਏ। ਧੰਨਵਾਦ ਮੇਰੀ ਪਿਆਰੀ ਰਾਣੀ। ਇਸ ਸੀਜ਼ਨ ਵਿੱਚ ਤੁਹਾਨੂੰ ਬਹੁਤ ਸਾਰਾ ਸ਼ਹਿਦ ਮਿਲੇ। ਰਪੰਜ਼ਲ ਤੇ ਕਲੈਪਸੀ ਵੱਡੀ ਰਾਣੀ ਮਧੂਮੱਖੀ ਤੋਂ ਛੇਤੀ ਪਰਾਂ ਹਟ ਗਏ। ਉਹ ਜਿਸ ਰਸਤੇ ਤੇ ਤੁਰੇ, ਉੱਥੇ ਉਹਨਾਂ ਨੇ ਵੱਡੇ ਵੱਡੇ ਸਨੈਪ ਡਰੈਗਨ ਫੁੱਲ ਵੇਖੇ। ਰਪੰਜ਼ਲ, ਉਹ ਸਨੈਪ ਡਰੈਗਨ ਫੁੱਲ ਹੈਗੇ ਨਾ? ਕੀ ਉਹ ਨਹੀਂ ਨੇ? ਹਾਂ, ਉਹ ਨੇ। ਤਾਂ ਸਨੈਪ ਡਰੈਗਨ ਫੁੱਲ ਤਾਂ ਆਪਣਾ ਮੂੰਹ ਖੋਲ ਸਕਦੇ ਨੇ ਨਾ? ਕਲੈਪਸੀ, ਜੇ ਅਸੀਂ ਸ਼ਾਂਤ ਹਾਂ ਤਾਂ ਉਹ ਸਾਨੂੰ ਕੁਝ ਨਹੀਂ ਕਰਨਗੇ। ਸ਼ੋਰ ਦੀ ਬਾਬਤ ਫਟ ਕੰਨ ਖੜੇ ਕਰਨ ਵਾਲੇ ਸਨੈਪ ਡਰੈਗਨ ਇੰਜ ਲੱਗ ਰਹੇ ਸੀ ਜਿਵੇਂ ਸੁੱਤੇ ਹੋਏ ਹੋਣ। ਰਪੰਜ਼ਲ ਤੇ ਕਲੈਪਸੀ ਨੇ ਖੁਦ ਨੂੰ ਹੌਲੀ-ਹੌਲੀ ਚੁੱਪਚਾਪ ਕਦਮਾਂ ਨਾਲ ਘਸੀਟਣਾ ਸ਼ੁਰੂ ਕੀਤਾ। ਰਪੰਜ਼ਲ ਨੇ ਕਲੈਪਸੀ ਦੇ ਮੂੰਹ ਨੂੰ ਆਪਣੇ ਵਾਲਾਂ ਨਾਲ ਢੱਕ ਕੇ ਨਿੱਛ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਕਾਫੀ ਨਹੀਂ ਸੀ। ਓ ਨਹੀਂ, ਇਹ ਨਹੀਂ ਹੋ ਸਕਦਾ। ਕਲੈਪਸੀ ਦੇ ਜ਼ੋਰ ਨਾਲ ਨਿੱਛ ਮਾਰਨ ਕਰਕੇ ਸਨੈਪ ਡਰੈਗਨ ਵਿੱਚੋਂ ਇੱਕ ਜਾਗ ਗਿਆ। ਸਨੈਪ ਡਰੈਗਨ ਨੇ ਆਪਣੀ ਗਰਦਨ ਨੂੰ ਰਪੰਜ਼ਲ ਦੇ ਵੱਲ ਵਧਾਇਆ। ਉਹ ਡਰ ਦੇ ਮਾਰੇ ਬੇਹੋਸ਼ ਹੋ ਗਈਆਂ। ਉਸੇ ਵੇਲੇ ਸਨੈਪ ਡਰੈਗਨ ਨੇ ਆਪਣਾ ਵੱਡਾ ਮੂੰਹ ਖੋਲ੍ਹਿਆ ਅਤੇ ਉਹ ਰਪੰਜ਼ਲ ਨੂੰ ਨਿਗਲਣ ਹੀ ਵਾਲਾ ਸੀ। ਪਰ ਉਸਨੇ ਆਪਣੇ ਵਾਲਾਂ ਨੂੰ ਇੱਕ ਭਾਰੀ ਚੱਟਾਨ ਤੱਕ ਪਸਾਰ ਦਿੱਤਾ। ਇਸ ਨੂੰ ਕੱਸ ਕੇ ਫੜ ਲਿਆ ਤੇ ਫਿਰ ਇਸ ਨੂੰ ਸਨੈਪ ਡਰੈਗਨ ਦੇ ਮੂੰਹ ਤੇ ਦੇ ਮਾਰਿਆ। ਸਨੈਪ ਡਰੈਗਨ ਨੂੰ ਸਖਤ ਪੱਥਰ ਨੂੰ ਨਿਗਲਣਾ ਪਿਆ ਅਤੇ ਰਪੰਜ਼ਲ ਨੇ ਬਾਕੀ ਸਨੈਪ ਡਰੈਗਨ ਦੇ ਵਿਚਕਾਰੋਂ ਚੱਲਣਾ ਸ਼ੁਰੂ ਕਰ ਦਿੱਤਾ। ਬਾਕੀਆਂ ਨੇ ਹਾਲਚਾਲ ਨੂੰ ਸੁਣਿਆ ਅਤੇ ਜਾਗਣ ਲੱਗੇ। ਜਿਵੇਂ ਹੀ ਉਹਨਾਂ ਦੇ ਵਿੱਚੋਂ ਦੀ ਲੰਘਣ ਲੱਗੀ, ਕਲੈਪਸੀ ਤੇ ਰਪੰਜ਼ਲ ਥੱਕ ਗਏ ਸੀ, ਪਰ ਘੱਟੋ-ਘੱਟ ਸਨੈਪ ਡਰੈਗਨ ਤੋਂ ਦੂਰ ਨਿਕਲ ਆਏ ਸੀ ਤੇ ਉਦੋਂ ਹੀ ਉਹਨਾਂ ਨੂੰ ਸਾਹਮਣੇੋਂ ਇੱਕ ਬਹੁਤ ਵੱਡਾ ਪਰਵਤ ਨਜ਼ਰ ਆਇਆ। ਥੋੜੀ ਦੇਰ ਤੱਕ ਇਸ ਨੂੰ ਵੇਖਣ ਦੇ ਬਾਅਦ
ਉਹਨਾਂ ਨੇ ਮਹਿਸੂਸ ਕੀਤਾ ਕਿ ਪਹਾੜ ਤੇ ਠੀਕ 7 ਗੁਫਾਵਾਂ ਸੀ। ਮੈਨੂੰ ਲੱਗਦਾ ਹੈ ਕਿ ਅਸੀਂ ਉਸ ਪਰਵਤ ਨੂੰ ਲੱਭ ਲਿਆ ਜਿਸ ਦੇ ਬਾਰੇ ਕੈਮਿਲਾ ਗੱਲ ਕਰ ਰਹੀ ਸੀ। ਡਰੈਗਨ ਨੇੜੇ ਤੇੜੇ ਹੀ ਹੋਣਾ ਚਾਹੀਦਾ ਹੈ। ਰਪੰਜ਼ਲ ਨੇ ਪਹਾੜ ਤੇ ਇੱਕ ਚੱਟਾਨ ਨੂੰ ਵੇਖਿਆ ਅਤੇ ਉਸਨੇ ਆਪਣੇ ਲੰਮੇ ਮਜ਼ਬੂਤ ਵਾਲ ਉੱਤੇ ਸੁੱਟ ਦਿੱਤੇ। ਵਾਲਾਂ ਨੇ ਖੁਦ ਨੂੰ ਚੱਟਾਨ ਦੀ ਚੋਟੀ ਤੇ ਲਪੇਟਿਆ। ਹੁਣ ਕਲੈਪਸੀ ਤੇ ਰਪੰਜ਼ਲ ਇਸ ਦੇ ਜ਼ਰੀਏ ਪਹਾੜ ਤੇ ਚੜ ਸਕਦੀਆਂ ਸੀ। ਜਦੋਂ ਤੀਜੀ ਗੁਫਾ ਵਿੱਚ ਪਹੁੰਚੀਆਂ ਤਾਂ ਉਹਨਾਂ ਨੇ 3 ਛੋਟੇ ਗਲੈਰੀਆਂ ਨੂੰ ਵੇਖਿਆ। ਉਹ ਕਿੰਨੇ ਪਿਆਰੇ ਨੇ। ਹੈਲੋ ਨਿੱਕੇ ਗਲੈਰੀ ਪਰਿਵਾਰ, ਮੈਂ ਰਪੰਜ਼ਲ ਹਾਂ। ਕੀ ਤੁਸੀਂ ਕੁਦਰਤੀ ਇੱਥੇ ਕਿਸੇ ਡਰੈਗਨ ਨੂੰ ਵੇਖਿਆ? ਰਪੰਜ਼ਲ, ਤੂੰ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਪੁੱਛ ਸਕਦੀ, ਉਹ ਡਰ ਜਾਣਗੇ। ਠੀਕ ਹੈ, ਮੈਂ ਫਿਰ ਤੋਂ ਕੋਸ਼ਿਸ਼ ਕਰਦੀ ਹਾਂ। ਹੈਲੋ ਛੋਟੂ ਗਲੈਰੀ, ਕੀ ਤੁਸੀਂ ਇੱਥੇ ਬਹੁਤ ਹੀ ਪਿਆਰੇ ਸ਼ਹਿਦ ਵਰਗੇ ਮਿੱਠੇ ਡਰੈਗਨ ਨੂੰ ਵੇਖਿਆ? ਗਲੈਰੀ ਭਰਾਵਾਂ ਨੇ ਹਾਂ ਵਿੱਚ ਆਪਣਾ ਸਿਰ ਹਿਲਾ ਦਿੱਤਾ ਤੇ ਉਹ ਗੁਫਾ ਵਿੱਚ ਚਲੇ ਗਏ। ਵਾਹ, ਸੋਚਿਆ ਨਹੀਂ ਸੀ ਕਿ ਇਹ ਕੰਮ ਕਰੇਗਾ। ਕਲੈਪਸੀ ਪਹਿਲਾਂ ਛੋਟੀ ਗੁਫਾ ਵਿੱਚ ਗਈ, ਪਰ ਉਹ ਇੱਕ ਛੋਟੇ ਜਿਹੇ ਪੱਥਰ ਤੋਂ ਫਿਸਲ ਗਈ ਤੇ ਗੁਫਾ ਵਿੱਚ ਸੱਜੇ ਪਾਸੇ ਲੁੜਕ ਗਈ ਤੇ ਕਿਸੇ ਹਰੀ ਚੀਜ਼ ਨਾਲ ਟਕਰਾ ਗਈ। ਇਹ ਬੇਬੀ ਡਰੈਗਨ ਸੀ। ਹਾਈ। ਕਲੈਪਸੀ ਡਰੀ ਹੋਈ ਸੀ ਤੇ ਇਹ ਨਹੀਂ ਜਾਣਦੀ ਸੀ ਕਿ ਉਹ ਕੀ ਕਰੇ। ਇਸ ਲਈ ਉਹ ਬੇਬੀ ਡਰੈਗਨ ਦੀ ਪੁੱਛ ਤੋਂ ਕੁੱਦ ਗਈ। ਬੇਬੀ ਡਰੈਗਨ ਚੀਖਿਆ, ਅਸੀਂ ਇਸ ਨੂੰ ਲੱਭ ਲਿਆ। ਉਹ ਜਿਸ ਦੇ ਬਾਰੇ ਕੈਮਿਲਾ ਗੱਲਾਂ ਕਰ ਰਹੀ ਸੀ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ। ਯੇ! ਰਪੰਜ਼ਲ ਨੂੰ ਖੁਸ਼ੀ ਵਿੱਚ ਨੱਚਦੇ ਵੇਖ ਕੇ ਕਲੈਪਸੀ ਨੇ ਸੋਚਿਆ ਕਿ ਚੰਗਾ ਹੋਵੇਗਾ ਉਹ ਡਰੈਗਨ ਦੀ ਪੁੱਛ ਨੂੰ ਨਾ ਕੁਚਲੇ। ਡਰੈਗਨ ਥੱਲੇ ਝੁਕ ਗਿਆ ਕਲੈਪਸੀ ਨੂੰ ਨੇੜਿਓਂ ਵੇਖਣ ਲਈ। ਮੈਨੂੰ ਲੱਗਦਾ ਹੈ ਉਹ ਮੈਨੂੰ ਪਸੰਦ ਨਹੀਂ ਕਰਦਾ। ਨਹੀਂ, ਮੈਨੂੰ ਯਕੀਨ ਹੈ ਉਹ ਕਰਦਾ ਹੈ, ਪਰ ਉਸਨੂੰ ਆਪਣੀਆਂ ਭਾਵਨਾਵਾਂ ਨੂੰ ਜਤਾਉਣਾ ਨਹੀਂ ਆਉਂਦਾ। ਇਹੀ ਗੱਲ ਹੈ ਨਾ ਪਿਆਰੇ ਡਰੈਗਨ। ਕਿਉਂ ਨਾ ਅਸੀਂ ਤੈਨੂੰ ਇੱਕ ਨਾਂ ਦੇਈਏ? ਡਰੈਡੋ। ਕਿੰਨਾ ਪਿਆਰਾ ਹੈ ਨਾ। ਤੂੰ ਉਸਦੀ ਚੰਗੀ ਦੋਸਤ ਬਣ ਸਕਦੀ ਹੈ ਕਲੈਪਸੀ। ਯਾਦ ਰੱਖੀ, ਅਸੀਂ ਉਸ ਨੂੰ ਤੇਰੇ ਤੋਂ ਹਸਾਣਾ ਹੈ। ਪਰ ਬੇਬੀ ਡਰੈਗਨ ਨੂੰ ਕਲੈਪਸੀ ਪਸੰਦ ਨਹੀਂ ਆਈ ਸੀ ਕਿਉਂਕਿ ਉਸਨੇ ਉਸਦੀ ਪੂੰਛ ਨੂੰ ਚੋਟ ਪਹੁੰਚਾਈ ਸੀ। ਸੋ ਕਲੈਪਸੀ ਨੇ ਆਪਣੀ ਲੁੱਕ ਮਜ਼ੇਦਾਰ ਬਣਾਉਣ ਲਈ ਰਪੰਜ਼ਲ ਦੇ ਵਾਲ ਵਿਗਾੜ ਕੇ ਬੇਢੰਗੇ ਕਰ ਦਿੱਤੇ। ਪਰ ਇਸ ਨਾਲ ਵੀ ਡਰੈਡੋ ਨੂੰ ਬਿਲਕੁਲ ਹਾਸਾ ਨਹੀਂ ਆਇਆ। ਇਸ ਦੇ ਬਾਅਦ ਕਲੈਪਸੀ ਨੇ ਇੱਕ ਪੱਤੀ ਨਾਲ ਡਰੈਗਨ ਦੀ ਸ਼ਕਲ ਬਣਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਵਾਕਈ ਬਹੁਤ ਮਿਹਨਤ ਕੀਤੀ, ਪਰ ਉਹ ਡਰੈਗਨ ਦੀ ਬਜਾਏ ਊਂਟ ਦੀ ਤਰ੍ਹਾਂ ਦਿਸਣ ਲੱਗਾ ਅਤੇ ਡਰੈਡੋ ਤੋਂ ਹਾਸਾ ਹਾਲੇ ਵੀ ਕੋਸੋਂ ਦੂਰ ਸੀ। ਸ਼ਾਇਦ ਉਹ ਭੁੱਖਾ ਹੈ ਤੇ ਹੱਸਣ ਦੇ ਮੂਡ ਵਿੱਚ ਨਹੀਂ ਹੈ। ਅੱਛਾ, ਡਰੈਗਨ ਨੂੰ ਕੀ ਖਾਣਾ ਪਸੰਦ ਹੁੰਦਾ ਹੈ? ਡਰੈਗਨ ਫਰੂਟ। ਆਹਾ, ਸਹੀ। ਤਾਂ ਚਲੋ ਤੁਹਾਡੇ ਲਈ ਕੁਝ ਡਰੈਗਨ ਫਰੂਟ ਲੱਭਦੇ ਹਾਂ ਤੇ ਉਸ ਦੇ ਬਾਅਦ ਚਲੋ ਮੇਰੇ ਮਹਿਲ ਵਿੱਚ। ਬੇਬੀ ਡਰੈਗਨ ਡਰੈਡੋ ਨੂੰ ਰਪੰਜ਼ਲ ਪਸੰਦ ਆਣ ਲੱਗ ਪਈ ਸੀ ਤੇ ਉਹ ਉਸ ਦੇ ਨਾਲ ਮਹਿਲ ਵੱਲ ਚੱਲ ਪਿਆ। ਪਰ ਬਹੁਤ ਦੂਰ ਨਹੀਂ, ਉੱਲੂ ਹਾਲੇ ਵੀ ਵੇਖ ਰਿਹਾ ਸੀ। ਇਹ ਦੁਸ਼ਟ ਚੁੜੈਲ ਜ਼ੀਨੀਆ ਦਾ ਦੋਸਤ ਸੀ। ਉੱਲੂ ਨੂੰ ਦੇਸ਼ ਦੀਆਂ ਸਭ ਤੋਂ ਸ਼ਕਤੀਸ਼ਾਲੀ ਚੁੜੈਲਾਂ ਦੁਆਰਾ ਜਾਸੂਸੀ ਕਰਨ ਦੇ ਲਈ ਭੇਜਿਆ ਗਿਆ ਸੀ। ਕੈਮਿਲਾ, ਜ਼ੀਨੀਆ, ਹਿਲਾ ਅਤੇ ਵੇਗਾ। ਉਸਨੇ ਡਰੈਗਨ ਦੇ ਬਾਰੇ ਕੈਮਿਲਾ ਨੂੰ ਇਤਲਾਹ ਦਿੱਤੀ। ਤਾਂ ਤੁਸੀਂ ਜਿਸ ਡਰੈਗਨ ਨੂੰ ਮੌਜੂਦ ਨਹੀਂ ਕਹਿੰਦੇ ਸੀ, ਉਹਨਾਂ ਨੇ ਇਸ ਨੂੰ ਲੱਭ ਲਿਆ। ਪਰ ਇਹ ਨਾਮੁਮਕਿਨ ਹੈ। ਮੈਂ ਡਰੈਗਨ ਦੇ ਬਾਰੇ ਝੂਠ ਬੋਲਿਆ ਸੀ। ਇਹ ਕਿਵੇਂ ਹੋ ਸਕਦਾ ਹੈ? ਤਾਂ ਰਪੰਜ਼ਲ ਦੇ ਕੋਲ ਹੁਣ ਇੱਕ ਡਰੈਗਨ ਹੈ। ਜਾਣਦਾ, ਯਕੀਨ ਨਹੀਂ ਹੁੰਦਾ। ਠੀਕ ਹੈ, ਸਾਨੂੰ ਚਾਰਾਂ ਨੂੰ ਰਾਜਕੁਮਾਰੀਆਂ ਨੂੰ ਹਰਾਉਣ ਦੇ ਲਈ ਇੱਕ ਯੋਜਨਾ ਬਣਾਉਣ ਦੀ ਲੋੜ ਹੈ। ਜ਼ਰਾ ਵੀ ਵਕਤ ਗਵਾਏ ਬਗੈਰ
ਰਪੰਜ਼ਲ ਰਾਜਕੁਮਾਰੀਆਂ ਦੀ ਸਭਾ। ਇੱਕ ਵਾਰ ਜਦੋਂ ਸਰਦੀਆਂ ਦੇ ਮੌਸਮ ਦੇ ਪੱਤੇ ਦਰਖਤਾਂ ਤੋਂ ਡਿੱਗ ਗਏ, ਸਭ ਤੋਂ ਤਾਕਤਵਰ ਅਤੇ ਸ਼ਾਤਰ ਚੁੜੈਲਾਂ ਇਕੱਠੀਆਂ ਰਲ ਕੇ ਆਈਆਂ। ਕੈਮਿਲਾ, ਜ਼ੀਨੀਆ, ਹੈਲਾ ਅਤੇ ਵੇਗਾ। ਤੇ ਮੈਂ ਕੌਣ ਆ? ਮੈਨੂੰ ਨਾ ਭੁੱਲੋ। ਅਤੇ ਉਹਨਾਂ ਦਾ ਸ਼ਾਤਰ ਉੱਲੂ। ਉਹਨਾਂ ਦਾ ਮਕਸਦ ਸੀ ਦੁਨੀਆ ਦੀ ਹਰ ਦਿਆਲੂ ਰਾਜਕੁਮਾਰੀ ਨੂੰ ਹਰਾ ਕੇ ਬੁਰਾਈ ਅਤੇ ਜ਼ਾਲਮ ਬਣ ਕੇ ਰਾਜ ਕਰਨਾ। ਇੱਕ ਸੋਹਣੇ ਦਿਨ ਨੂੰ ਰਪੰਜ਼ਲ ਮਹਿਲ ਦੇ ਬਗੀਚੇ ਵਿੱਚ ਤਰਬੂਜ਼ਾਂ ਦੀ ਤਸਵੀਰ ਬਣਾ ਰਹੀ ਸੀ। ਉਹ ਤਰਬੂਜ਼ ਕਿੰਨੇ ਚੰਗੇ ਲੱਗਦੇ ਨੇ, ਹੈ ਨਾ ਕਲੈਪਸੀ? ਮੈਂ ਸ਼ਰਤ ਲਗਾਉਂਦੀ ਹਾਂ ਕਿ ਉਹ ਉਨੇ ਹੀ ਸਵਾਦੀ ਵੀ ਹੋਣਗੇ। ਸੋ ਕਲੈਪਸੀ ਬਗੀਚੇ ਵਿੱਚ ਗਈ ਤਰਬੂਜ਼ ਦਾ ਸਵਾਦ ਚਖਣ, ਪਰ ਉਸੇ ਵੇਲੇ ਅਚਾਨਕ ਉਸ ਦੇ ਸਾਹਮਣੇ ਬੇਬੀ ਡਰੈਡੋ ਆ ਗਿਆ। ਉਸਨੇ ਉਸ ਨੂੰ ਆਪਣੀ ਬੁਰੀ ਨਜ਼ਰ ਨਾਲ ਡਰਾ ਦਿੱਤਾ ਤੇ ਵਿਚਾਰੀ ਕਲੈਪਸੀ ਫਿਸਲ ਗਈ ਤੇ ਸਿੱਧੇ ਡਰ ਦੇ ਮਾਰੇ ਤਰਬੂਜ਼ ਤੇ ਡਿੱਗ ਪਈ। ਕਲੈਪਸੀ, ਉਸ ਦੇ ਬਦਸ਼ਕਲੇ ਹੋਣ ਨੇ ਰਪੰਜ਼ਲ ਨੂੰ ਹਸਾ ਦਿੱਤਾ, ਪਰ ਡਰੇਡੋ ਹਾਲੇ ਵੀ ਜ਼ਰਾ ਨਹੀਂ ਹੱਸਿਆ। ਉਸ ਵੱਡੇ ਤਰਬੂਜ਼ ਨੂੰ ਤਾਂ ਵੇਖੋ, ਉੱਥੇ ਕੀ ਹੋ ਰਿਹਾ ਹੈ? ਰਪੰਜ਼ਲ ਦੇ ਬਣਾਏ ਹੋਏ ਤਰਬੂਜ਼ਾਂ ਵਿੱਚੋਂ ਇੱਕ ਤਰਬੂਜ਼ ਵੱਡਾ ਅਤੇ ਹੋਰ ਵੱਡਾ ਹੁੰਦਾ ਗਿਆ, ਜਦ ਤੱਕ ਕਿ ਇਹ ਇੱਕ ਘਰ ਦੇ ਜਿੰਨਾ ਵੱਡਾ ਨਹੀਂ ਹੋ ਗਿਆ। ਰਪੰਜ਼ਲ, ਡਰੇਡੋ ਤੇ ਕਲੈਪਸੀ ਨੂੰ ਉਸ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਜੋ ਉਹਨਾਂ ਨੇ ਵੇਖਿਆ। ਕੀ ਤੁਸੀਂ ਵੇਖਿਆ ਜੋ ਹੁਣੇ ਹੋਇਆ? ਚਲੋ ਅੰਦਰ ਚੱਲ ਕੇ ਵੇਖੀਏ। ਜਦੋਂ ਰਪੰਜ਼ਲ ਤੇ ਕਲੈਪਸੀ ਅੰਦਰ ਗਏ, ਉਹਨਾਂ ਨੇ ਤਰਬੂਜ਼ ਦੇ ਬੀਜ ਦੇ ਅਲੱਗ-ਅਲੱਗ ਪੈਟਰਨਸ ਨਾਲ ਸਜੀਆਂ ਦੀਵਾਰਾਂ ਦੇ ਨਾਲ ਇੱਕ ਛੋਟਾ ਕਮਰਾ ਵੇਖਿਆ। ਤੇ ਨਾਲ ਹੀ ਇੱਕ ਵੱਡੀ ਸ਼ਾਨਦਾਰ ਕਿਤਾਬ, ਰਾਜਕੁਮਾਰੀਆਂ ਦੀ ਕਿਤਾਬ। ਤੁਹਾਡੇ ਤੋਂ ਇਲਾਵਾ ਹੋਰ ਵੀ ਕੋਈ ਰਾਜਕੁਮਾਰੀਆਂ ਹੈ ਨੇ ਰਪੰਜ਼ਲ? ਮੈਨੂੰ ਇੰਜ ਲੱਗਦਾ ਹੈ। ਚਲੋ ਅੰਦਰ ਕੀ ਲਿਖਿਆ ਉਸ ਤੇ ਇੱਕ ਨਜ਼ਰ ਮਾਰੀਏ। ਜਿਸ ਕਿਸੇ ਰਾਜਕੁਮਾਰੀ ਨੂੰ ਵੀ ਇਹ ਕਿਤਾਬ ਮਿਲੇ, ਉਸ ਨੂੰ ਇਸ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ, ਤਾਂ ਹੀ ਤੁਸੀਂ ਜਾਣ ਸਕੋਗੇ ਕਿ ਕਿਹੜੀ ਰਾਜਕੁਮਾਰੀ ਕਿੱਥੇ ਰਹਿੰਦੀ ਹੈ। ਤੁਹਾਨੂੰ ਨਹੀਂ ਪਤਾ ਤੁਹਾਨੂੰ ਕਦੋਂ ਇੱਕ ਦੂਜੇ ਦੀ ਲੋੜ ਹੋਵੇ। ਬਾਕੀ ਰਾਜਕੁਮਾਰੀਆਂ? ਜਦੋਂ ਚਾਰੇ ਰਾਜਕੁਮਾਰੀਆਂ ਰਲ ਕੇ ਆਉਂਦੀਆਂ ਹਨ ਤੇ ਇਕਜੁੱਟ ਹੁੰਦੀਆਂ ਹਨ, ਤਾਂ ਹੀ ਸਿੱਖਣਗੀਆਂ ਕਿ ਉਹ ਕਿੰਨੀਆਂ ਤਾਕਤਵਰ ਨੇ। ਛੇਤੀ ਭਵਿੱਖ ਵਿੱਚ ਰਾਜਕੁਮਾਰੀਆਂ ਅਤੇ ਚੁੜੈਲਾਂ ਦੇ ਵਿਚਕਾਰ ਇੱਕ ਨਵਾਂ ਯੁੱਧ ਸ਼ੁਰੂ ਹੋਵੇਗਾ, ਪਰ ਕੌਣ ਜਿੱਤੇਗਾ? ਇਹ ਪੜ੍ਹਨਾ ਖਤਮ ਕਰਨ ਤੱਕ ਤੁਹਾਡੇ ਕੋਲ ਟਾਈਮ ਨਹੀਂ ਹੋਵੇਗਾ ਕਿ ਤੁਸੀਂ ਸਾਰੇ ਸਾਥੀਆਂ ਨੂੰ ਲੱਭ ਸਕੋ। ਪਹਿਲਾਂ ਸਿੰਡਰੈਲਾ ਦਾ ਪਤਾ ਲਾਓ ਤੇ ਫਿਰ ਬਾਕੀ ਸਭ ਦਾ। ਤੇ ਯਾਦ ਰੱਖਣਾ, ਦਇਆਲੂ ਦਿਲ ਸਭ ਤੋਂ ਚੰਗੇ ਜਦੋਂ ਜਾਣ ਮਿਲ। ਰਪੰਜ਼ਲ ਨੇ ਡਰੈਡੋ ਨੂੰ ਉਹ ਦੱਸਿਆ ਜੋ ਕਿਤਾਬ ਵਿੱਚ ਲਿਖਿਆ ਸੀ ਅਤੇ ਉਸ ਨੂੰ ਸਿੰਡਰੈਲਾ ਨੂੰ ਲੱਭਣ ਲਈ ਕਿਹਾ। ਬੇਬੀ ਡਰੈਗਨ ਨੇ ਇਹ ਕੰਮ ਸੰਭਾਲਿਆ ਅਤੇ ਛੇਤੀ ਦੂਰ ਉੱਡ ਗਿਆ। ਕੁਝ ਸਮੇਂ ਬਾਅਦ ਉਹ ਮੁਜ਼ਰੇਲਾ ਅਤੇ ਚੇਡਰ ਨਾਂ ਦੇ ਦੋ ਚੂਹਿਆਂ ਨੂੰ ਮਿਲਣ ਦੇ ਲਈ ਕਿਤੇ ਪਹੁੰਚਿਆ। ਉਸਨੇ ਉਹਨਾਂ ਨੂੰ ਰਪੰਜ਼ਲ ਦੇ ਸੁਨੇਹੇ ਬਾਰੇ ਦੱਸਿਆ ਅਤੇ ਇਹ ਕਿ ਰਾਜਕੁਮਾਰੀਆਂ ਨੂੰ ਲਾਈਟ ਹਾਊਸ ਦੇ ਥੱਲੇ ਮਿਲਣਾ ਹੈ। ਮੋਜ਼ਰੇਲਾ ਅਤੇ ਚੈਡਰ ਸਿੰਡਰੈਲਾ ਨੂੰ ਦੱਸਣ ਲਈ ਭੱਜੇ ਤੇ ਉਹ ਉਸੇ ਵੇਲੇ ਬਾਕੀ ਰਾਜਕੁਮਾਰੀਆਂ ਨੂੰ ਮਿਲਣ ਲਈ ਨਿਕਲ ਪਈ। ਜਿਵੇਂ ਹੀ ਉਹ ਜਾਦੂ ਦੇ ਜੰਗਲ ਵਿੱਚੋਂ ਗੁਜ਼ਰੀ, ਉਸਨੇ ਫ੍ਰੈਕਲ ਨੂੰ ਵੇਖਿਆ ਜੋ ਬਲੈਕਬੈਰੀ ਚੁਣ ਰਿਹਾ ਸੀ। ਹੇ ਫ੍ਰੈਕਲ, ਸਨੋ ਵਾਈਟ ਨੂੰ ਦੱਸੋ ਕਿ ਅਸੀਂ ਲਾਈਟ ਹਾਊਸ ਦੇ ਥੱਲੇ ਮਿਲਣਾ ਹੈ। ਤੇ ਫ੍ਰੈਕਲ ਸਨੋ ਵਾਈਟ ਨੂੰ ਦੱਸਣ ਦੇ ਲਈ ਉਸੇ ਵੇਲੇ ਚਲਾ ਗਿਆ। ਅਤੇ ਜਦੋਂ ਸਨੋ ਵਾਈਟ ਚਲੀ ਗਈ, ਉਸਨੇ ਵੇਖਿਆ ਕਿ ਸੀਗਲ ਰਿੰਗੋ ਉਸ ਦੇ ਉੱਤੇ ਉੱਡ ਰਿਹਾ। ਉਸਨੇ ਉਸ ਨੂੰ ਬੁਲਾਇਆ, ਹੇ ਰਿੰਗੋ, ਰਿੰਗੋ, ਤੂੰ ਮਰਮੇਡ ਆਰੀਆ ਨੂੰ ਦੱਸ ਸਾਰੀਆਂ ਰਾਜਕੁਮਾਰੀਆਂ ਨੂੰ ਲਾਈਟ ਹਾਊਸ ਦੇ ਥੱਲੇ ਇਕੱਠੇ ਹੋਣਾ ਹੈ। ਇਸ ਲਈ ਸੀਗਲ ਰਿੰਗੋ ਨੇ ਜੋ ਸੁਣਿਆ ਸੀ ਉਹ ਦੱਸਣ ਲਈ ਉੱਡ ਕੇ ਸਮੁੰਦਰ ਤੱਟ ਤੇ ਬਣੇ ਮਹਿਲ ਵਿੱਚ ਜਲਪਰੀ ਦੇ ਕੋਲ ਪਹੁੰਚਿਆ। ਪਰ ਜਲਪਰੀ ਮਹਿਲ ਵਿੱਚ ਨਹੀਂ ਸੀ। ਇਸ ਲਈ ਰਿੰਗੋ ਘਾਟ ਤੇ ਖੜਾ ਹੋ ਕੇ ਸੀਟੀ ਵਜਾਉਣ ਲੱਗਾ। ਡਾਲਫੀ, ਜਿਸਨੇ ਰਿੰਗੋ ਦੀ ਸੀਟੀ ਸੁਣੀ, ਲਹਿਰਾਂ ਦੇ ਵਿੱਚੋਂ ਆਉਂਦੀ ਨਜ਼ਰ ਆਈ। ਰਿੰਗੋ ਨੇ ਡਾਲਫੀ ਨੂੰ ਸਿੱਧੇ ਨਿੱਕੀ ਜਲਪਰੀ ਦੇ ਕੋਲ ਜਾ ਕੇ ਉਸਨੂੰ ਸਨੋ ਵਾਈਟ ਦਾ ਸੁਨੇਹਾ ਦੱਸਣ ਲਈ ਕਿਹਾ।
ਸੁਣਦੇ ਸਾਰੀ ਡਾਲਫੀ ਨੇ ਪਾਣੀ ਦੇ ਥੱਲੇ ਦੇ ਰਾਜ ਵਿੱਚ ਜਾਣ ਲਈ ਪਾਣੀ ਵਿੱਚ ਛਾਲ ਮਾਰੀ ਅਤੇ ਆਰੀਆ ਨੂੰ ਦੱਸਿਆ ਕਿ ਉਸਨੇ ਕੀ ਸੁਣਿਆ ਹੈ। ਜਿਵੇਂ ਹੀ ਆਰੀਆ ਸਮਝ ਗਈ ਕਿ ਕੀ ਚੱਲ ਰਿਹਾ ਹੈ, ਉਹ ਛੇਤੀ ਨਾਲ ਸਮੁੰਦਰ ਦੀ ਸਤ੍ਹਾ ਵੱਲ ਲਾਈਟ ਹਾਊਸ ਦੇ ਪਾਸੇ ਤੈਰ ਗਈ। ਜਦ ਜਲਪਰੀ ਪਹੁੰਚੀ ਤਾਂ ਉਸ ਦੀ ਮੱਛੀ ਦੀ ਪੂੰਛ ਮਨੁੱਖੀ ਪੈਰਾਂ ਵਿੱਚ ਬਦਲ ਗਈ ਅਤੇ ਉਹ ਛੇਤੀ ਨਾਲ ਉਸ ਥਾਂ ਤੇ ਪਹੁੰਚ ਗਈ ਜਿੱਥੇ ਰਾਜਕੁਮਾਰੀਆਂ ਇਕੱਠੀਆਂ ਹੋਈਆਂ ਸੀ। ਹਾਈ, ਮੈਂ ਜਲਪਰੀ ਆਰੀਆ ਹਾਂ ਤੇ ਤੁਸੀਂ ਜ਼ਰੂਰੀ ਬਾਕੀ ਰਾਜਕੁਮਾਰੀਆਂ ਹੋਗੀਆਂ। ਆਰੀਆ, ਜੀ ਆਇਆਂ ਨੂੰ। ਮੈਂ ਰਪੰਜ਼ਲ ਹਾਂ। ਮੈਂ ਸਨੋ ਵਾਈਟ ਹਾਂ ਅਤੇ ਮੇਰਾ ਨਾਂ ਸਿੰਡਰੈਲਾ ਹੈ। ਵੇਖੋ, ਹੁਣ ਅਸੀਂ ਸਾਰੀਆਂ ਇਕੱਠੀਆਂ। ਉਹਨਾਂ ਨੇ ਉਦੋਂ ਤੱਕ ਗੱਲਾਂ ਕੀਤੀਆਂ ਜਦੋਂ ਤੱਕ ਸੂਰਜ ਨੇ ਚੰਦ ਦੀ ਜਗ੍ਹਾ ਨਹੀਂ ਲੈ ਲਈ ਅਤੇ ਇੱਕ ਦੂਜੇ ਨੂੰ ਆਪਣੀਆਂ ਕਹਾਣੀਆਂ ਸੁਣਾਈਆਂ। ਰਾਤ ਦੇ ਅੰਤ ਵਿੱਚ ਜਦੋਂ ਸਮੁੰਦਰ ਵਿੱਚ ਲਾਈਟ ਹਾਊਸ ਰੌਸ਼ਨ ਹੋਇਆ, ਰਾਜਕੁਮਾਰੀਆਂ ਆਪਣੀ ਮਹਾਸ਼ਕਤੀਆਂ ਦੀ ਖੋਜ ਦੇ ਲਈ ਜੰਗਲ ਵਿੱਚ ਚਲੀਆਂ ਗਈਆਂ। ਇਹ ਉਹਨਾਂ ਚੁੜੈਲਾਂ ਨੂੰ ਸਾਡੀ ਸ਼ਕਤੀ ਵਿਖਾਉਣ ਦਾ ਸਮਾਂ ਹੈ ਜੋ ਦੁਨੀਆ ਭਰ ਵਿੱਚ ਬੁਰਾਈ ਫੈਲਾਉਣਾ ਚਾਹੁੰਦੀਆਂ ਨੇ। ਬਿਲਕੁਲ ਸਹੀ ਕਿਹਾ, ਸਾਨੂੰ ਤਿਆਰ ਹੋਣਾ ਚਾਹੀਦਾ ਹੈ। ਸਿੰਡਰੈਲਾ ਨੇ ਬਾਕੀ ਰਾਜਕੁਮਾਰੀਆਂ ਨੂੰ ਜਾਨਵਰਾਂ ਦੇ ਨਾਲ ਗੱਲਾਂ ਕਰਨ ਦੇ ਆਪਣੇ ਗੁਣ ਦੇ ਬਾਰੇ ਚ ਦੱਸਿਆ। ਆਹਾ, ਮਤਲਬ ਤੁਸੀਂ ਮੇਰੇ ਛੋਟੇ ਡਰੈਗਨ ਦੋਸਤ ਡਰੈਡੋ ਨਾਲ ਗੱਲਾਂ ਕਰ ਸਕਦੇ ਹੋ। ਇੱਕ ਡਰੈਗਨ, ਕਮਾਲ ਹੈ। ਵਾਹ, ਮਜ਼ਾ ਆਵੇਗਾ। ਐਨੋ ਨੂੰ ਡਰੈਡੋ ਆ ਗਿਆ। ਹੈਲੋ ਡਰੈਡੋ, ਕੀ ਤੁਸੀਂ ਮੇਰੀ ਭਾਸ਼ਾ ਬੋਲ ਸਕਦੇ ਹੋ? ਹਾਂ, ਤੈਨੂੰ ਮਿਲ ਕੇ ਖੁਸ਼ੀ ਹੋਈ। ਵਾਹ, ਤੁਸੀਂ ਸੱਚੀ ਮੁੱਚੀ ਜਾਨਵਰਾਂ ਨਾਲ ਗੱਲਾਂ ਕਰਦੇ ਹੋ। ਤਾਂ ਤੁਹਾਡੀ ਸੁਪਰ ਪਾਵਰ ਕੀ ਹੈ ਜਲਪਰੀ ਆਰੀਆ? ਮੈਂ ਤੁਹਾਨੂੰ ਇੱਥੋਂ ਹਰ ਚੀਜ਼ ਵਿਖਾ ਸਕਦੀ ਹਾਂ। ਜਲਪਰੀ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਆਪਣੇ ਹੱਥਾਂ ਨੂੰ ਇਕੱਠੇ ਰੱਖਿਆ। ਆਪਣੀ ਚਾਰੋਂ ਪਾਸੇ ਵਿਖਰੀ ਰੌਸ਼ਨੀ ਦੇ ਨਾਲ ਉਸਨੇ ਸਾਰੀਆਂ ਰਾਜਕੁਮਾਰੀਆਂ ਨੂੰ ਹਵਾ ਵਿੱਚ ਚੱਕ ਲਿਆ। ਰਾਜਕੁਮਾਰੀਆਂ ਇਸ ਸ਼ਕਤੀ ਨਾਲ ਬਹੁਤ ਪ੍ਰਭਾਵਿਤ ਹੋਈਆਂ। ਆਰੀਆ ਨੇ ਉਹਨਾਂ ਨੂੰ ਫਿਰ ਉਤਾਰ ਦਿੱਤਾ, ਪਰ ਸਿੰਡਰੇਲਾ ਡਗਮਗਾ ਗਈ ਤੇ ਉਸਦੇ ਗਿੱਟੇ ਤੇ ਚੋਟ ਲੱਗੀ। ਆਹ, ਮੇਰਾ ਗਿੱਟਾ! ਮੇਰੇ ਗਿੱਟੇ ਵਿੱਚ ਦਰਦ ਹੋ ਰਿਹਾ ਹੈ। ਸਨੋ ਵਾਈਟ ਨੇ ਆਪਣੇ ਦੋਵਾਂ ਹੱਥਾਂ ਨਾਲ ਸਿੰਡਰੇਲਾ ਦੇ ਗਿੱਟੇ ਨੂੰ ਛੋਇਆ ਅਤੇ ਆਪਣੇ ਹੱਥਾਂ ਦੇ ਵਿੱਚ ਦੀ ਤਪਸ਼ ਦੇ ਨਾਲ, ਇਹ ਤਾਂ ਕਮਾਲ ਦਾ ਗੁਣ ਹੈ ਸਨੋ ਵਾਈਟ। ਮੇਰਾ ਗਿੱਟਾ ਠੀਕ ਹੋ ਗਿਆ, ਮੈਂ ਖੜੀ ਹੋ ਸਕਦੀ ਹਾਂ ਤੇ ਇਹ ਮੇਰੀ ਸੁਪਰ ਪਾਵਰ ਹੈ। ਆਪਣੇ ਹੱਥਾਂ ਨਾਲ ਮੈਂ ਜ਼ਖਮਾਂ ਨੂੰ ਠੀਕ ਕਰ ਸਕਦੀ ਹਾਂ। ਆਖਰ ਵਿੱਚ ਰਪੰਜ਼ਲ ਨੇ ਆਪਣੇ ਵਾਲਾਂ ਨੂੰ ਕੁਝ ਜਾਦੂ ਭਰੇ ਬੋਲ ਫੁਸਫੁਸਾਏ ਤੇ ਉਹਨਾਂ ਨੂੰ ਆਕਾਸ਼ ਤੱਕ ਚੱਕ ਲਿਆ। ਉਸ ਦੇ ਸੁਨਹਿਰੇ ਚਮਕਦਾਰ ਵਾਲ 4 ਹਿੱਸਿਆਂ ਵਿੱਚ ਵੰਡ ਗਏ। ਹਰ ਇੱਕ ਹਿੱਸਾ ਇੱਕ ਰਾਜਕੁਮਾਰੀ ਦੇ ਥੱਲੇ ਝੁਕ ਕੇ ਇੰਜ ਵਿਚ ਗਿਆ ਜਿਵੇਂ ਸੋਨੇ ਦੀ ਧੂੜ ਹੋਵੇ। ਫਿਰ ਹਿੱਸੇ ਫੇਰ ਤੋਂ ਇੱਕ ਹੋ ਗਏ ਅਤੇ ਇੱਕ ਪੁਲ ਦਾ ਨਿਰਮਾਣ ਕੀਤਾ ਜਿਸ ਨੂੰ ਰਾਜਕੁਮਾਰੀਆਂ ਪਾਰ ਕਰ ਸਕਦੀਆਂ ਸੀ। ਮੇਰੀ ਸੁਪਰ ਪਾਵਰ ਇਹ ਹੈ ਕਿ ਮੇਰੇ ਵਾਲਾਂ ਤੇ ਮੇਰਾ ਕਾਬੂ ਹੈ। ਵਾਹ, ਇਹ ਬਹੁਤ ਵਧੀਆ ਹੈ। ਸਨੋ ਵਾਈਟ, ਜਲਪਰੀ ਆਰੀਆ, ਸਿੰਡਰੈਲਾ ਅਤੇ ਰਪੰਜ਼ਲ ਨੂੰ ਲੱਗਿਆ ਕਿ ਉਹਨਾਂ ਦੀਆਂ ਸ਼ਕਤੀਆਂ ਮਿਲ ਕੇ ਦੁਸ਼ਟ ਚੁੜੈਲਾਂ ਨੂੰ ਹਰਾ ਸਕਦੀਆਂ ਹਨ। ਤਾਂ ਇੱਕ ਪਾਸੇ 4 ਚੰਗੇ ਦਿਲ ਵਾਲੀਆਂ ਰਾਜਕੁਮਾਰੀਆਂ ਸੀ ਤੇ ਦੂਜੇ ਪਾਸੇ 4 ਦੁਸ਼ਟ ਚੁੜੈਲਾਂ ਏਕਾ ਕਰਕੇ ਖੜੀਆਂ ਸੀ। ਤੇ ਮੇਰਾ ਕੀ? ਮੈਂ ਤਾਂ ਹਜੇ ਵੀ ਕੋਲ ਖੜਾ ਹਾਂ। ਅਤੇ ਇੱਕ ਸ਼ੈਤਾਨ ਉੱਲੂ। ਪਰ ਯਾਦ ਰੱਖੀ ਉੱਲੂ, ਪਰੀਆਂ ਦੀ ਕਹਾਣੀਆਂ ਵਿੱਚ ਅੱਛਾਈ ਹਮੇਸ਼ਾ ਬੁਰਾਈ ਤੇ ਜਿੱਤ ਹਾਸਲ ਕਰਦੀ ਹੈ।
ਰਪੰਜ਼ਲ ਅਤੇ ਦੁਸ਼ਟ ਚੁੜੈਲਾਂ। ਇੱਕ ਵਾਰ ਦੀ ਗੱਲ ਹੈ, ਦੂਰ ਦੂਰ ਦੇਸ਼ ਵਿੱਚ ਇੱਕ ਰਾਤ ਜਿੱਥੇ ਇੱਛਾ ਦੀਆਂ ਲਾਲਟੈਨਾਂ ਅਸਮਾਨ ਵਿੱਚ ਸਜੀਆਂ, ਰਪੰਜ਼ਲ, ਸਿੰਡਰੈਲਾ, ਜਲਪਰੀ ਆਰਿਆ ਅਤੇ ਸਨੋ ਵਾਈਟ ਸਭ ਮਹਾਸਾਗਰ ਲਾਈਟ ਹਾਊਸ ਦੇ ਥੱਲੇ ਇਕੱਠੀਆਂ ਹੋਈਆਂ। ਹਰੇਕ ਨੇ ਦੁਨੀਆ ਦੀ ਬਿਹਤਰੀ ਦੀ ਕਾਮਨਾ ਕੀਤੀ ਅਤੇ ਫਿਰ ਸੂਰਜ ਉੱਗ ਆਇਆ। ਰਪੰਜ਼ਲ ਦੀ ਛੋਟੂ ਦੋਸਤ ਕਲਾਪਸੀ ਸਾਰੀਆਂ ਰਾਜਕੁਮਾਰੀਆਂ ਤੋਂ ਪਹਿਲਾਂ ਉੱਠ ਗਈ ਅਤੇ ਮਿੱਠੀਆਂ ਚੈਰੀਆਂ ਲੈਣ ਦੇ ਲਈ ਜਾਦੂਈ ਜੰਗਲ ਦੇ ਵੱਲ ਚਲੀ ਗਈ। ਚੈਰੀਆਂ ਇੰਨੀਆਂ ਸੋਹਣੀਆਂ, ਲਾਲ ਤੇ ਇੰਨੀਆਂ ਚਮਕਦਾਰ ਸੀ ਕਿ ਉਹ ਖੁਦ ਨੂੰ ਰੋਕ ਨਹੀਂ ਸਕੀ ਅਤੇ ਪੂਰੀ ਟੋਕਰੀ ਖਾ ਗਈ। ਇੰਨੀਆਂ ਸਵਾਦ ਚੇਰੀਆਂ। ਉਸੇ ਵੇਲੇ ਕਲੈਪਸੀ ਨੇ ਹਿਰਨ ਦੇ ਇੱਕ ਬੱਚੇ ਨੂੰ ਦਰਖਤਾਂ ਵਿੱਚੋਂ ਗੁਜ਼ਰਦੇ ਵੇਖਿਆ। ਉਸ ਦੇ ਪੈਰ ਵਿੱਚ ਚੋਟ ਲੱਗੀ ਹੋਈ ਸੀ। ਹੈਲੋ ਬੇਬੀ ਹਿਰਨ, ਤੈਨੂੰ ਕੀ ਹੋਇਆ? ਮੇਰੇ ਨਾਲ ਚੱਲ, ਮੈਂ ਕਿਸੇ ਨੂੰ ਜਾਣਦੀ ਹਾਂ ਜੋ ਤੈਨੂੰ ਠੀਕ ਕਰ ਸਕਦਾ ਹੈ। ਕਲੈਪਸੀ ਨੇ ਮੁੜ ਕੇ ਵੇਖਿਆ ਤੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ, ਪਰ ਰਸਤੇ ਵਿੱਚ ਕੁਝ ਹੋਇਆ ਅਤੇ ਬੇਬੀ ਹਿਰਨ ਬਦਲ ਗਿਆ। ਉਸ ਦੀਆਂ ਅੱਖਾਂ ਚਮਕੀਲੀਆਂ ਲਾਲ ਹੋ ਗਈਆਂ, ਪਰ ਕਲੈਪਸੀ ਦਾ ਧਿਆਨ ਇਸ ਵੱਲ ਨਹੀਂ ਗਿਆ ਅਤੇ ਉਹ ਬੇਬੀ ਹਿਰਨ ਨੂੰ ਸਨੋ ਵਾਈਟ ਦੇ ਕੋਲ ਲੈ ਆਈ। ਜਦੋਂ ਸਨੋ ਵਾਈਟ ਉਸ ਦੀ ਲੱਤ ਨੂੰ ਠੀਕ ਕਰਨ ਦੇ ਲਈ ਬੇਬੀ ਹਿਰਨ ਦੇ ਕੋਲ ਆਈ ਤਾਂ ਮਾਸੂਮ ਜਿਹਾ ਵੇਖਣ ਵਾਲਾ ਉਹ ਬੇਬੀ ਹਿਰਨ ਉਸੇ ਵੇਲੇ ਦੁਸ਼ਟ ਰਾਣੀ ਹੇਲਾ ਵਿੱਚ ਬਦਲ ਗਿਆ। ਜਦੋਂ ਸਨੋ ਵਾਈਟ ਨੇ ਹੇਲਾ ਨੂੰ ਵੇਖਿਆ ਤਾਂ ਉਹ ਬਹੁਤ ਡਰ ਗਈ। ਹੇਲਾ, ਤੂੰ ਮੈਨੂੰ ਇੱਥੇ ਕਿਵੇਂ ਲੱਭ ਲਿਆ? ਹੇਲਾ ਨੇ ਜਾਦੂਈ ਤਰੀਕੇ ਨਾਲ ਆਪਣੀਆਂ ਬਾਹਾਂ ਲਹਿਰਾਈਆਂ ਅਤੇ ਰਾਜਕੁਮਾਰੀ ਦੇ ਥੱਲੇ ਦੀ ਜ਼ਮੀਨ ਫਟ ਗਈ ਅਤੇ ਸਨੋ ਵਾਈਟ ਧਰਤੀ ਦੀ ਗਹਿਰਾਈਆਂ ਵਿੱਚ ਜਾ ਡਿੱਗੀ। ਹੁਣ ਤੂੰ ਸੜੇਂਗੀ ਤੇ ਬਦ ਸ਼ਕਲ ਬਣ ਜਾਵੇਂਗੀ ਸਨੋ ਵਾਈਟ। ਇਸ ਦੁਨੀਆ ਵਿੱਚ ਕੋਈ ਵੀ ਮੇਰੇ ਜਿੰਨਾ ਸੋਹਣਾ ਨਹੀਂ ਹੋ ਸਕਦਾ। ਸਨੋ ਵਾਈਟ ਸਿੱਧੇ ਇੱਕ ਸੁਰੰਗ ਵਿੱਚ ਗਿਰੀ ਅਤੇ ਇੱਕ ਕਾਲ ਕੋਠਰੀ ਵਿੱਚ ਕੈਦ ਹੋ ਗਈ। ਪਰ ਸਭ ਤੋਂ ਵੱਡੀ ਗੱਲ, ਬਾਕੀ ਰਾਜਕੁਮਾਰੀਆਂ ਨੇ ਸਨੋ ਵਾਈਟ ਦੇ ਲਾਪਤਾ ਹੋਣ ਤੇ ਧਿਆਨ ਦਿੱਤਾ ਅਤੇ ਉਹ ਸਭ ਉਸ ਦੀ ਤਲਾਸ਼ ਵਿੱਚ ਨਿਕਲ ਪਈਆਂ। ਸਨੋ ਵਾਈਟ, ਤੁਸੀਂ ਕਿੱਥੇ ਹੋ? ਸਿੰਡਰੈਲਾ ਉਸ ਜਗ੍ਹਾ ਤੇ ਘੁੰਮ ਰਹੀ ਸੀ ਜਿੱਥੋਂ ਸਨੋ ਵਾਈਟ ਗਾਇਬ ਹੋਈ ਸੀ। ਉਹ ਕੁਝ ਹੋਰ ਕਦਮ ਅੱਗੇ ਵਧੀ ਹੀ ਸੀ ਕਿ ਉਹ ਵੀ ਕਾਲ ਕੋਠਰੀ ਵਿੱਚ ਪਹੁੰਚ ਗਈ। ਤਦ ਜਲਪਰੀ ਆਰਿਆ ਨੂੰ ਸਮੁੰਦਰ ਦੇ ਕਿਨਾਰੇ ਨਾਲ ਟਕਰਾਂਦੀ ਲਹਿਰਾਂ ਵਿੱਚੋਂ ਇੱਕ ਸੀਸ਼ੈਲ ਭੇਜਿਆ ਗਿਆ ਅਤੇ ਉਸ ਨੇ ਇਸ ਨੂੰ ਸੁਣਿਆ। ਕੀ ਉਹ ਉਹਨਾਂ ਨੂੰ ਧਰਤੀ ਦੇ ਥੱਲੇ ਲੈ ਗਏ? ਮਰਮੇਡ ਆਰਿਆ ਨੇ ਸਮੁੰਦਰੀ ਸ਼ੈਲ ਵਾਪਸ ਲਹਿਰਾਂ ਨੂੰ ਦਿੱਤਾ ਅਤੇ ਜਾਦੂਈ ਜੰਗਲ ਵਿੱਚ ਉਸੇ ਵੇਲੇ ਚਲੀ ਗਈ। ਉਸੇ ਵੇਲੇ ਰਪੰਜ਼ਲ ਅਤੇ ਕਲੈਪਸੀ ਵੀ ਉਸ ਥਾਂ ਤੇ ਪਹੁੰਚ ਗਈਆਂ ਜਿੱਥੋਂ ਸਨੋ ਵਾਈਟ ਗਾਇਬ ਹੋਈ ਸੀ। ਸਨੋ ਵਾਈਟ, ਤੁਸੀਂ ਕਿੱਥੇ ਹੋ? ਤੁਸੀਂ ਕਿੱਥੇ ਚਲੇ ਗਏ? ਰਪੰਜ਼ਲ, ਵੇਖ, ਜਦੋਂ ਮੈਂ ਉਹਨਾਂ ਨੂੰ ਆਖਰੀ ਵਾਰ ਵੇਖਿਆ ਸੀ ਤਾਂ ਉਹ ਇੱਥੇ ਸੀ। ਅਤੇ ਉਸ ਦੇ ਇੰਨਾ ਬੋਲਦੇ ਤਾਂ ਕਿ ਜ਼ਮੀਨ ਫੇਰ ਤੋਂ ਫਟੀ ਅਤੇ ਸਿਰਫ ਰਪੰਜ਼ਲ ਅੰਦਰ ਡਿੱਗ ਪਈ। ਆਰਿਆ, ਜੋ ਕਿ ਉਸ ਦੇ ਵੱਲ ਦੌੜ ਰਹੀ ਸੀ, ਉਸ ਨੂੰ ਅਹਿਸਾਸ ਹੋਇਆ ਕਿ ਕੀ ਹੋ ਰਿਹਾ ਹੈ ਅਤੇ ਉਸਨੇ ਆਪਣੀ ਬਾਹਾਂ ਦਾ ਇਸਤੇਮਾਲ ਕਰਕੇ ਰਪੰਜ਼ਲ ਨੂੰ ਰਸਤੇ ਤੋਂ ਹੀ ਚੁੱਕ ਲਿਆ। ਬਚਾਓ, ਕੋਈ ਸਾਨੂੰ ਬਚਾਓ। ਰਾਜਕੁਮਾਰੀਆਂ ਦੀਆਂ ਆਵਾਜ਼ਾਂ ਸੁਣ ਕੇ ਰਪੰਜ਼ਲ ਨੇ ਆਪਣੇ ਵਾਲਾਂ ਨੂੰ ਉਹਨਾਂ ਦੀ ਮਦਦ ਕਰਨ ਲਈ ਸੁਰੰਗ ਵਿੱਚ ਲਟਕਾ ਦਿੱਤਾ। ਉਸ ਦੇ ਵਾਲ ਫੜ ਕੇ ਆਰਿਆ ਸੁਰੰਗ ਵਿੱਚ ਥੱਲੇ ਜਾ ਪਹੁੰਚੀ। ਅਸੀਂ ਆ ਰਹੇ ਹਾਂ, ਚਿੰਤਾ ਨਾ ਕਰੋ। ਆਰਿਆ, ਉੱਧਰ ਵੇਖੋ। ਜਦੋਂ ਆਰਿਆ ਵੇਖਣ ਦੇ ਲਈ ਘੁੰਮੀ, ਉੱਥੇ ਉਸਨੇ ਵੇਗਾ ਅਤੇ ਹੈਲਾ ਨੂੰ ਵੇਖਿਆ। ਵੇਗਾ, ਤੂੰ ਇੱਥੇ ਵੀ ਕਿਵੇਂ? ਜ਼ਾਹਰ ਤੌਰ ਤੇ ਤੁਸੀਂ ਮੇਰੀ ਸ਼ਕਤੀਆਂ ਨੂੰ ਭੁੱਲ ਗਏ ਹੋ। ਜਦੋਂ ਆਰਿਆ ਨੂੰ ਇਸ ਦੀ ਜ਼ਰਾ ਵੀ ਉਮੀਦ ਨਹੀਂ ਸੀ,
ਠੀਕ ਉਸ ਵੇਲੇ ਵੇਗਾ ਨੇ ਆਪਣੇ ਆਕਟੋਪਸ ਹਥਿਆਰਾਂ ਦੇ ਨਾਲ ਉਸ ਤੇ ਸਿਆਹੀ ਸੁੱਟਣੀ ਸ਼ੁਰੂ ਕਰ ਦਿੱਤੀ। ਉਸੇ ਵੇਲੇ ਜ਼ਮੀਨ ਦੇ ਉੱਤੇ ਰਪੰਜ਼ਲ ਦੇ ਬੇਬੀ ਡਰੈਗਨ ਨੇ ਇੰਨੇ ਸਾਰੇ ਡਰੈਗਨ ਫਲ ਖਾਧੇ ਕਿ ਉਹ ਇੱਕ ਵੱਡੇ ਡਰੈਗਨ ਵਿੱਚ ਬਦਲ ਗਿਆ। ਇਹ ਵੇਖ ਕੇ ਰਪੰਜ਼ਲ ਸਮਝ ਗਈ ਕਿ ਹੁਣ ਦ੍ਰੇਡੋ ਬਹੁਤ ਸ਼ਕਤੀਸ਼ਾਲੀ ਬਣ ਗਿਆ ਹੈ। ਦ੍ਰੇਡੋ, ਸਾਡੀ ਮਦਦ ਕਰ। ਦ੍ਰੇਡੋ ਨੇ ਆਪਣੇ ਪੈਰਾਂ ਨੂੰ ਜ਼ਮੀਨ ਤੇ ਇਸ ਤਰ੍ਹਾਂ ਪਟਕਿਆ ਕਿ ਕੀ ਚੱਲ ਰਿਹਾ ਹੈ? ਅਸੀਂ ਗੁਫਾ ਵਿੱਚ ਕਿਉਂ ਜਾ ਰਹੇ ਹਾਂ? ਅਸੀਂ ਇੱਥੇ ਫਸ ਜਾਵਾਂਗੇ। ਇਹ ਫਾਇਦਾ ਚੱਕਣ ਦਾ ਮੌਕਾ ਹੈ। ਇਹ ਗੱਲ ਸਮਝਦੇ ਹੀ ਆਰਿਆ ਨੇ ਆਪਣੀ ਪੂਰੀ ਤਾਕਤ ਦਾ ਇਸਤੇਮਾਲ ਕੀਤਾ ਅਤੇ ਕਾਲ ਕੋਠਰੀ ਦੀ ਸਲਾਖਾਂ ਨੂੰ ਖੋਲ੍ਹ ਦਿੱਤਾ ਅਤੇ ਸਨੋ ਵਾਈਟ ਤੇ ਸਿੰਡਰੈਲਾ ਨੂੰ ਸੁਰੰਗ ਤੋਂ ਬਾਹਰ ਕੱਢਿਆ। ਪਰ ਇਹ ਵੀ ਸਹੀ ਗੱਲ ਸੀ ਕਿ ਇੱਕ ਵਾਰ ਉੱਤੇ ਆਉਣ ਦੇ ਬਾਅਦ ਵੀ ਰਾਜਕੁਮਾਰੀਆਂ ਹਾਲੇ ਤੱਕ ਜੰਗਲ ਤੋਂ ਬਾਹਰ ਨਹੀਂ ਆਈਆਂ ਸੀ। ਜ਼ੀਨੀਆ ਅਤੇ ਕੈਮਿਲਾ ਰਾਜਕੁਮਾਰੀਆਂ ਦੇ ਠੀਕ ਸਾਹਮਣੇ ਖੜੀਆਂ ਸੀ। ਬਰੂਮੀ, ਬਰੂਮੀ, ਮੇਰੀ ਪਿਆਰੀ ਬਰੂਮੀ, ਪੱਥਰ ਦਾ ਇੱਕ ਦਾਣਾ ਬਣਾ ਜੋ ਇਹਨਾਂ ਰਾਜਕੁਮਾਰੀਆਂ ਨੂੰ ਬਣਾ ਦੇਵੇ ਕੇਕ ਦਾ ਟੁਕੜਾ। ਕੈਮਿਲਾ ਦੀ ਜਾਦੂ ਵਾਲੀ ਬੋਕਰ ਬਰੂਮੀ ਨੇ ਚੱਟਾਨ ਦੇ ਟੁਕੜੇ ਇਕੱਠੇ ਕੀਤੇ ਤੇ ਉਹਨਾਂ ਨੂੰ ਕੈਮਿਲਾ ਦੇ ਸਾਹਮਣੇ ਰੱਖ ਦਿੱਤਾ। ਕਾਫੀ ਟੁਕੜੇ ਇਕੱਠੇ ਹੋਣ ਤੇ ਜ਼ੀਨੀਆ ਨੇ ਇੱਕ ਬਹੁਤ ਵੱਡਾ ਪੱਥਰ ਦਾ ਆਦਮੀ ਬਣਾਉਣ ਦੇ ਲਈ ਆਪਣੀ ਸ਼ਕਤੀਸ਼ਾਲੀ ਜਾਦੂ ਦੀ ਵਰਤੋਂ ਕੀਤੀ। ਪੱਥਰ ਦਾ ਆਦਮੀ ਰਾਜਕੁਮਾਰੀਆਂ ਵੱਲ ਵਧਣ ਲੱਗਾ, ਉਹਨਾਂ ਨੂੰ ਚੋਟ ਮਾਰਨ ਲਈ। ਰਪੰਜ਼ਲ ਨੇ ਆਪਣੇ ਵਾਲਾਂ ਨੂੰ ਰੱਸੀ ਦੀ ਤਰ੍ਹਾਂ ਵਧਾਇਆ ਅਤੇ ਪੱਥਰ ਦੇ ਆਦਮੀ ਦੇ ਪੈਰਾਂ ਨੂੰ ਇਕੱਠੇ ਬੰਨ੍ਹ ਦਿੱਤਾ। ਪਰ ਪੱਥਰ ਦਾ ਆਦਮੀ ਗਿਰ ਬੇਸ਼ੱਕ ਗਿਆ, ਪਰ ਹਾਰਿਆ ਨਹੀਂ। ਉਹ ਵਾਪਸ ਉੱਠ ਖੜੋਤਾ ਅਤੇ ਦੌੜਨ ਲੱਗਾ। ਮੈਂ ਉਸ ਨੂੰ ਨਹੀਂ ਰੋਕ ਸਕਤੀ। ਮਰਮੇਡ ਆਰਿਆ ਨੇ ਆਪਣੀ ਸ਼ਕਤੀ ਦੀ ਵਰਤੋਂ ਪੱਥਰ ਦੇ ਆਦਮੀ ਨੂੰ ਹਵਾ ਵਿੱਚ ਲਟਕਾਉਣ ਅਤੇ ਦੂਜੀ ਦਿਸ਼ਾ ਵਿੱਚ ਭੇਜਣ ਲਈ ਕੀਤੀ, ਪਰ ਉਹ ਕਰ ਨਹੀਂ ਸਕੀ। ਇਹ ਬਹੁਤ ਭਾਰੀ ਹੈ, ਮੈਂ ਉਸ ਨੂੰ ਨਹੀਂ ਚੁੱਕ ਸਕਦੀ। ਹੁਣ ਸਿੰਡਰੈਲਾ ਦੀ ਵਾਰੀ ਸੀ। ਉਹ ਜੰਗਲ ਦੇ ਸਾਰੇ ਸ਼ਕਤੀਸ਼ਾਲੀ ਜਾਨਵਰਾਂ ਨੂੰ ਆਵਾਜ਼ਾਂ ਮਾਰਨ ਲੱਗੀ ਸਹਾਇਤਾ ਦੇ ਲਈ। ਜੰਗਲ ਦੇ ਜਾਨਵਰੋ, ਸਾਡੀ ਮਦਦ ਕਰੋ। ਪੱਥਰ ਦਾ ਆਦਮੀ ਬਸ ਕੁਝ ਹੀ ਕਦਮ ਦੂਰ ਸੀ ਅਤੇ ਉਹਨਾਂ ਨੂੰ ਚੋਟ ਪਹੁੰਚਾਉਣ ਹੀ ਵਾਲਾ ਸੀ ਕਿ ਉਸੇ ਵੇਲੇ ਆਕਾਸ਼ ਵਿੱਚ ਡਰੈਗਨ ਦ੍ਰੇਡੋ ਨੇ ਆਪਣੀ ਤਾਕਤ ਵਿਖਾਈ। ਸਟੋਨਮੈਨ ਆਪਣਾ ਸੰਤੁਲਨ ਗਵਾ ਬੈਠਾ। ਜਦੋਂ ਡਰੈਗਨ ਨੇ ਇੱਕ ਵਾਰ ਫੇਰ ਤੋਂ ਉਸ ਤੇ ਅੱਗ ਨਾਲ ਵਿਸਫੋਟ ਕਰਨਾ ਸ਼ੁਰੂ ਕੀਤਾ ਤਾਂ ਪੱਥਰ ਵਾਲੇ ਆਦਮੀ ਨੇ ਆਪਣੀ ਬਾਂਹ ਦਾ ਇੱਕ ਟੁਕੜਾ ਤੋੜ ਕੇ ਡਰੈਗਨ ਤੇ ਸੁੱਟ ਦਿੱਤਾ। ਉਸ ਨੂੰ ਇੱਕ ਬਹੁਤ ਹੀ ਉਚਾਈ ਤੋਂ ਸੁੱਟ ਕੇ ਪੱਥਰ ਦੇ ਆਦਮੀ ਨੂੰ ਟੁਕੜਿਆਂ ਵਿੱਚ ਤੋੜ ਦਿੱਤਾ ਗਿਆ। ਚੁੜੈਲਾਂ ਰਾਜਕੁਮਾਰੀਆਂ ਅਤੇ ਡਰੈਗਨ ਦੀ ਤਾਕਤ ਤੋਂ ਇੰਨਾ ਡਰ ਗਈਆਂ, ਉਹ ਉਸੇ ਵੇਲੇ ਉੱਥੋਂ ਮੁੜੀਆਂ ਤੇ ਭੱਜ ਗਈਆਂ। ਤੁਸੀਂ ਸਾਨੂੰ ਨਹੀਂ ਹਰਾ ਸਕਦੀਆਂ ਜੇ ਅਸੀਂ ਇਕੱਠੇ ਹਾਂ। ਸਾਡੇ ਨਾਲ ਹਨ ਜਾਨਵਰ, ਡਰੈਗਨ ਤੇ ਸੁਪਰ ਪਾਵਰ ਵੀ। ਪਰ ਬਸ ਥੋੜਾ ਜਿਹਾ ਪਿਆਰ ਸਭ ਕੁਝ ਕਰ ਸਕਦਾ ਹੈ। ਤੇ ਫਿਰ ਸਾਰੀਆਂ ਰਾਜਕੁਮਾਰੀਆਂ ਦ੍ਰੇਡੋ ਦੀ ਪਿੱਠ ਤੇ ਚੜ ਗਈਆਂ ਅਤੇ ਓਸ਼ਨ ਲਾਈਟ ਹਾਊਸ ਦੇ ਵੱਲ ਉਡਾਰੀ ਮਾਰੀ। ਅੱਛਾਈ ਇੱਕ ਵਾਰ ਫੇਰ ਤੋਂ ਬੁਰਾਈ ਤੇ ਜਿੱਤ ਹਾਸਲ ਕਰ ਚੁੱਕੀ ਸੀ।